ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 1925 ਤੋਂ ਲੈ ਕੇ 1947 ਤੱਕ ਇੱਕ ਵੀ ਦਖਲ ਦੀ ਕੋਈ ਐਸੀ ਹਰਕਤ ਨਹੀਂ ਕੀਤੀ ਅੰਗਰੇਜ਼ ਸਰਕਾਰ ਨੇ, ਇੱਕ ਵੀ ਅਮੈਂਡਮੈਂਟ ਨਹੀਂ ਕੀਤੀ। ਪਰ ਜਦੋਂ 1947 ਤੋਂ ਬਾਅਦ 1947 ਤੋਂ ਬਾਅਦ ਭਾਰਤ ਸਰਕਾਰ ਭਾਵੇਂ ਜਿਹੜੀ ਵੀ ਆਈ ਹੈ, ਭਾਵੇਂ ਉਹਦੇ ਚ ਅਕਾਲੀ ਵੀ 12 ਸਾਲ ਉਹਦੇ ਵਿੱਚ ਰਹੇ ਹੈ, ਕੋਈ ਸਰਕਾਰ ਐਸੀ ਨਹੀਂ ਆਈ ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਸਿੱਖਾਂ ਕੋਲੋਂ ਖੋਣ ਦੀ ਜਾਇਜ਼ ਨਜਾਇਜ਼ ਤਰੀਕੇ ਨਾਲ ਕੋਸ਼ਿਸ਼ ਨਹੀਂ ਕੀਤੀ। ਜੀਪੀਸੀ ਉਹਦੀ ਕੀ ਸੈਂਟੀਟੀ ਹੈ ਜੇ ਉਹਦੇ ਚ 11 ਸਾਲ ਇਲੈਕਸ਼ਨ ਨਹੀਂ ਹੋ ਰਿਹਾ? ਕਾਬਜ਼ ਉੱਥੇ ਇੱਕ ਸਿਆਸੀ ਧਿਰ ਬੈਠੀ ਹੈ, ਇੱਕ ਸਿਆਸੀ ਧਿਰ ਦੇ ਜਿਹੜੇ ਲੀਡਰਾਂ ਦੀ ਜੇਬਾਂ ਦੇ ਵਿੱਚੋਂ ਪਰਚੀ ਨਿਕਲਦੀ ਹੈ ਤਾਂ ਐਸਜੀਪੀਸੀ ਦਾ ਪ੍ਰਧਾਨ ਤਾਪਿਆ ਜਾਂਦਾ ਹੈ। ਹਮੇਸ਼ਾ ਹਰ ਸਾਲ ਐਸਜੀਪੀਸੀ ਰੈਜ਼ੋਲੂਸ਼ਨ ਪਾਸ ਕਰਦੀ ਹੈ ਕਿ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ, ਮਗਰ ਇਹ ਸੂਟ ਨਹੀਂ ਕਰਦਾ, ਸੈਂਟਰ ਨੂੰ ਸੂਟ ਨਹੀਂ ਕਰਦਾ। ਦਿੱਲੀ ਦੇ ਇਲੈਕਸ਼ਨ ਤੁਸੀਂ ਉਹਨਾਂ ਦੇ ਮੈਨੇਜਮੈਂਟ ਐਕਟ ਦੇ ਉੱਤੇ ਲੜਦੇ ਹੋ, ਉਹਨਾਂ ਦੇ ਜਿਹੜੇ ਸਕੱਤਰ ਤੇ ਉਹਨਾਂ ਦੇ ਬਿਊਰੋਕਰੇਟ ਤੁਹਾਨੂੰ ਇਲੈਕਸ਼ਨ ਲੜਦੇ, ਤੁਸੀਂ ਉੱਥੇ ਜਾ ਕੇ ਅੰਡਰਟੇਕਿੰਗਸ ਦਿੰਦੇ ਹੋ, ਜਾਂ ਤਾਂ ਤੁਸੀਂ ਸਿਧਾਂਤਕ ਤੌਰ ਤੇ ਉਹ ਇਲੈਕਸ਼ਨ ਵੀ ਨਾਲ ਲੜੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਫਿਰ ਤਾਂ ਅਕਾਲੀ ਦਲ ਨੂੰ ਚੰਗਾ ਲੱਗਦਾ ਵੀ ਅੱਜ ਵਿਰੋਧਤਾ ਕਰ ਰਹੇ ਹੋ ਹਰਿਆਣੇ ਦੀ, ਉੱਥੇ ਤੁਸੀਂ ਜਾ ਕੇ ਸਾਰੀ ਅੰਡਰਟੇਕਿੰਗਸ ਦੇ ਕੇ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਹੋ, ਉੱਥੇ ਤੁਸੀਂ ਇਲੈਕਸ਼ਨ ਲੜਦੇ ਹੋ ਤੇ ਅੱਜ ਹਰਿਆਣੇ ਦੇ ਵਿੱਚ ਇਹ ਬਾਣੀਕੇ ਦਾ ਵਿਰੋਧ ਹੋ ਰਿਹਾ ਹੈ। ਹੁਣ ਸੁਪਰੀਮ ਕੋਰਟ ਦੇ ਵਿੱਚ ਜਦੋਂ ਗਿਆ ਮੁਕੱਦਮਾ ਗਿਆ ਤੇ ਤੁਸੀਂ ਹੈਰਾਨ ਹੋਵੋਗੇ, ਸ਼੍ਰੋਮਣੀ ਕਮੇਟੀ ਵੱਲੋਂ, ਬਾਕੀ ਧਿਰਾਂ ਵੱਲੋਂ, ਕੇਂਦਰ ਸਰਕਾਰ ਵੱਲੋਂ, ਸਾਰਿਆਂ ਵੱਲੋਂ ਸਿਰਫ ਇਹ ਕਿਹਾ ਗਿਆ ਕਿ ਜੀ ਇਹ ਤਾਂ ਸੈਂਟਰਲ ਗਵਰਨਮੈਂਟ ਦੀ ਕਾਰਪੋਰੇਸ਼ਨ ਹੈ, ਸੈਂਟਰਲ ਐਕਟ ਦੇ ਵਿੱਚ ਸੈਂਟਰ ਨੂੰ ਪਾਵਰ ਹੈ। ਉੱਥੇ ਬੈਠਾ ਡਿਪਟੀ ਸੈਕਟਰੀ ਜਿਹੜਾ ਹੈਗਾ ਕਿ ਦਿੱਲੀ ਦੇ ਵਿੱਚ ਬੈਠਾ, ਉਹ ਬਾਈ ਇੱਕ ਰੈਜ਼ੋਲੂਸ਼ਨ ਇੱਕ ਮਤੇ ਦੇ ਕਰਕੇ ਅਮੈਂਡਮੈਂਟ ਕਰ ਦਿੰਦਾ ਸੀ ਐਕਟ ਦੀ, ਜਿਹਦੇ ਕਰਕੇ ਸਹਿਜਧਾਰੀ ਦਾ ਮਸਲਾ ਉੱਠਿਆ, ਜਿਹਦੇ ਕਰਕੇ ਸਿੱਖ ਦੀ ਡੈਫੀਨੇਸ਼ਨ ਦਾ ਮਸਲਾ ਉੱਠਿਆ। ਅਗਰ ਸੈਂਟਰਲ ਐਕਟ ਹੈ, ਕੀ ਸਟੇਟ ਗਵਰਨਮੈਂਟ ਉਹਨੂੰ ਚੈਲੰਜ ਕਰ ਸਕਦੀ ਹੈ? ਉਹ ਇੱਕ ਕਾਨੂੰਨੀ ਪਲੀ ਲਈ ਗਈ ਹੈ। ਮੈਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਕਾਨੂੰਨੀ ਪਲੀ ਲੈ ਲਓ, ਆਪਣਾ ਪੂਰਾ ਹੱਕ ਡਾਇਲੂਟ ਕਰ ਦਿਓ, ਯਾਨੀ ਕਿ ਤੁਹਾਡੀ ਲੜਾਈ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਲੈ ਕੇ ਹੋਣੀ ਚਾਹੀਦੀ ਸੀ। ਤੁਹਾਡੀ ਲੜਾਈ ਆ ਜਿਹੜੀ ਸਰਕਾਰ ਦੀ ਦਖਲਅੰਦਾਜ਼ੀ ਹੈ, ਭਾਰਤ ਸਰਕਾਰ ਵੱਲੋਂ ਅੰਮ੍ਰਿਤ ਮਹੋਤਸਵ ਦੇ ਉੱਤੇ ਸਿੱਖਾਂ ਨੂੰ ਦਿੱਤਾ ਗਿਆ ਵਿਸ਼ਵਾਸਘਾਤ ਦਾ ਸਭ ਤੋਂ ਵੱਡਾ ਤੋਹਫਾ ਹੈ, ਜਿਹਦੇ ਉੱਤੇ ਬੀਜੇਪੀ ਦਾ ਫੁੰਮਣ ਲੱਗਾ, ਔਰ ਇਹ ਤਾਂ ਹੋ ਸਕਿਆ ਅੰਗਰੇਜ਼ਾਂ ਵੇਲੇ ਵੀ ਕੁਝ ਝੋਲੀ ਚੁੱਕ ਸੀਗੇ ਜਿਹੜੇ ਅੰਗਰੇਜ਼ਾਂ ਨਾਲ ਰਲ ਕੇ ਉਹਨਾਂ ਦਾ ਸਾਥ ਦਿੰਦੇ ਸੀ, ਇਸ ਐਜੀਟੇਸ਼ਨ ਦਾ ਵਿਰੋਧ ਕਰਦੇ ਸੀ। ਅੱਜ ਵੀ ਉਹਨਾਂ ਦੀ ਮਦਦ ਲੈ ਕੇ ਸਿੱਖਾਂ ਦੇ ਕੋਲੋਂ ਇਸ ਨੂੰ ਖੋਇਆ ਜਾ ਰਿਹਾ। ਦੋਸਤੋ ਹਾਜ਼ਰ ਹੈ ਇੱਕ ਹੋਰ ਖਾਸ ਰਿਪੋਰਟ ਲੈ ਕੇ। ਰਾਦਰ ਇੱਕ ਗੱਲਬਾਤ ਹੈ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਯਾਨੀ ਕਿ ਇੱਕ ਹਰਿਆਣਾ ਰਾਜ ਦੀ ਸੂਬੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਮੋਹਰ ਲਾਤੀ ਗਈ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ, ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ। ਇਹ ਇੱਕ ਬਹੁਤ ਹੀ ਅਹਿਮ ਫੈਸਲਾ ਹੈ। 2014 ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦੇ ਜਿਹੜੇ ਉਸ ਵਕਤ ਦੇ ਤਤਕਾਲੀ ਮੁੱਖ ਮੰਤਰੀ ਸਨ, ਉਸੇ ਸਾਲ ਹਰਿਆਣਾ ਦਾ ਵਿਧਾਨ ਸਭਾ ਚੋਣ ਸੀ ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੇ ਸਿੱਖਾਂ ਦੀ ਮੰਗ ਉੱਤੇ ਇੱਕ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬਣਾਤਾ ਸੀ, ਜਿਸ ਦਾ ਬਹੁਤ ਵਿਰੋਧ ਉਸ ਵਕਤ ਵੀ ਹੋਇਆ ਸੀ। ਲੇਕਿਨ ਮੈਨੇਜਮੈਂਟ ਕਮੇਟੀ ਬਣ ਗਈ ਤੇ ਬੀਤੇ ਤਕਰੀਬਨ 8 ਸਾਲ ਤੋਂ ਇੱਕ ਕਾਨੂੰਨੀ ਲੜਾਈ ਇੱਕ ਚੈਲੰਜ ਦੀ ਸ਼ਕਲ ਦੇ ਵਿੱਚ ਜੋ ਕਿ ਸੁਪਰੀਮ ਕੋਰਟ ਤੱਕ ਪਹੁੰਚੀ, ਉਹ ਦਿੱਤੀ ਗਈ ਸੀ ਐਸਜੀਪੀਸੀ ਦੇ ਕੁਝ ਮੈਂਬਰਾਂ ਵੱਲੋਂ। ਇਸ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਸੀ ਜਾਂ ਗਲਤ ਦੱਸਿਆ ਜਾ ਰਿਹਾ ਸੀ, ਲੇਕਿਨ ਸੁਪਰੀਮ ਕੋਰਟ ਨੇ ਹੁਣ ਫਾਈਨਲ ਫੈਸਲਾ ਸੁਣਾਤਾ ਹੈ ਤੇ ਜਾਇਜ਼ ਸਹੀ ਮੰਨਿਆ ਹੈ ਹਰਿਆਣੇ ਦੀ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਹਾਲਾਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਤੇ ਕਈ ਹੋਰ ਰਾਜਾਂ ਦੇ ਵਿੱਚ ਵੱਖਰੇ ਅਲੱਗ-ਅਲੱਗ ਮੈਨੇਜਮੈਂਟ ਬੋਰਡਸ ਹੈਗੇ ਨੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਨੇ, ਲੇਕਿਨ ਹਰਿਆਣੇ ਦੇ ਲਈ ਇੱਕ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵਿਸ਼ੇਸ਼ ਤੌਰ ਤੇ ਵਿਰੋਧਤਾ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਇਸ ਪੂਰੇ ਮੁੱਦੇ ਉੱਤੇ ਮੈਂ ਅੱਜ ਗੱਲ ਕਰਾਂਗਾ ਉੱਗੇ ਸਿੱਖ ਚਿੰਤਕ ਤੇ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ ਸਾਹਿਬ, ਜੋ ਕਿ ਇੱਕ ਵਾਰ ਫੇਰ ਸਾਡੇ ਨਾਲ ਨਿਊ ਜਰਸੀ ਅਮਰੀਕਾ ਤੋਂ ਜੁੜ ਰਹੇ ਹੈਗੇ ਨੇ। ਸੰਤ ਸਿਪਾਹੀ ਦੇ ਐਡੀਟਰ ਰਹੇ ਨੇ, ਖੁਦ ਇੱਕ ਐਡਵੋਕੇਟ ਵੀ ਰਹੇ ਨੇ, ਸਿੱਖ ਇਤਿਹਾਸ ਨਾਲ ਬਹੁਤ ਹੀ ਨੇੜਤਾ ਤੋਂ ਜਾਣੂ ਹੈਗੇ ਨੇ। ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਪੱਖ ਕੀ ਹੈ, ਕਿਉਂਕਿ ਸਿਆਸੀ ਪੱਖ ਵੱਖਰਾ ਹੁੰਦਾ ਹੈ ਤੇ ਧਾਰਮਿਕ ਜੇ ਪੱਖ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਸ ਫੈਸਲੇ ਦੀ ਇੰਪਲੀਕੇਸ਼ਨ ਕੀ ਹੈਗੀਆਂ ਨੇ, ਉਹ ਇੱਕ ਬਹੁਤ ਹੀ ਵੱਖਰੀ ਡਾਇਮੈਂਸ਼ਨ ਦੇ ਉੱਤੇ ਸਾਨੂੰ ਲਿਜਾਣਗੀਆਂ। ਬਹੁਤ ਬਹੁਤ ਸਵਾਗਤ ਹੈ ਲਾਂਬਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੀ ਇਸ ਚਰਚਾ ਦੇ ਵਿੱਚ। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ ਤੁਹਾਡਾ, ਤੁਹਾਡੇ ਰਾਹੀਂ ਮੋਰ ਪੰਜਾਬ ਨਾਲ ਜੁੜਨ ਦਾ ਔਰ ਪੰਜਾਬ ਦੇ ਇਸ ਬਹੁਤ ਅਹਿਮ ਮਸਲੇ, ਬਲਕਿ ਪੂਰੀ ਸਿੱਖ ਕੌਮ ਦੇ ਇੱਕ ਇਤਿਹਾਸਕ ਮਸਲਾ ਹੈ ਜਿਹੜਾ ਅਨਪ੍ਰੈਸੀਡੈਂਟਡ ਹੈ, ਜਿਹੜਾ ਕਿ ਕਦੀ ਸੋਚਿਆ ਵੀ ਨਹੀਂ ਗਿਆ ਸੀ, ਔਰ ਉਸ ਦੇ ਉੱਤੇ ਗੱਲਬਾਤ ਕਰਨ ਲਈ ਔਰ ਕੁਝ ਸਮਝਣ ਲਈ, ਕੁਝ ਜਾਣਨ ਲਈ ਅਗਰ ਇਹ ਮੌਕਾ ਮਿਲਿਆ ਤੇ ਇਸ ਨੂੰ ਸਹੀ ਪਰਸਪੈਕਟਿਵ ਵਿੱਚ ਜਾਣਨਾ ਬਹੁਤ ਜ਼ਰੂਰੀ ਹੈ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ।
ਲਾਂਬਾ ਸਾਹਿਬ, ਤੁਸੀਂ ਪਹਿਲਾ ਸ਼ਬਦ ਵਰਤਿਆ ਅਨਪ੍ਰੈਸੀਡੈਂਟਡ। ਜੀ ਮੈਂ ਥੋੜਾ ਜਿਹਾ ਸਮਝਣਾ ਚਾਹਾਂਗਾ ਕਿ ਅਨਪ੍ਰੈਸੀਡੈਂਟਡ ਕਿਵੇਂ ਹੋਇਆ। ਦਿੱਲੀ ਲਈ ਇੱਕ ਵੱਖਰਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਿਸ ਦੇ ਲਈ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਜਾ ਕੇ ਇਲੈਕਸ਼ਨ ਲੜਦਾ ਹੈ। ਜੀ ਉਹ ਵੀ ਇੱਕ ਦਿੱਲੀ ਸਰਕਾਰ ਦਾ ਬਿਊਰੋਕਰੈਟ ਬਾਬੂ ਹੀ ਉਸ ਪੂਰੇ ਦੇ ਪੂਰੇ ਨੋਟੀਫਿਕੇਸ਼ਨ ਨੂੰ ਕੱਢਦਾ ਹੈ। ਜੀ ਉਸੇ ਦੀ ਜੀ ਕਮਾਂਡ ਹੇਠ ਇਲੈਕਸ਼ਨ ਹੁੰਦਾ ਹੈ। ਜੀ ਦਿੱਲੀ ਦੇ ਵਿੱਚ ਇੱਕ ਵੱਖਰਾ ਇਲੈਕਸ਼ਨ ਕਮਿਸ਼ਨ ਗੁਰਦੁਆਰਾ ਕਮੇਟੀ ਹੋਵੇ ਤਾਂ ਕਿਸ ਨੂੰ ਕੋਈ ਇਤਰਾਜ਼ ਨਹੀਂ। ਹਰਿਆਣਾ ਦੇ ਵਿੱਚ ਹੁੰਦੀ ਹੈ, ਇਤਰਾਜ਼ ਹੈ। ਆਪਾਂ ਮਹਾਰਾਸ਼ਟਰ ਦੀ ਗੱਲ ਕਰ ਲਈਏ, ਆਪਾਂ ਬਿਹਾਰ ਦੀ ਗੱਲ ਕਰ ਲਈਏ, ਉੱਥੇ ਵੱਖਰੇ ਵੱਖਰੇ ਬੋਰਡ ਹੈਗੇ ਨੇ। ਸੋ ਅਨਪ੍ਰੈਸੀਡੈਂਟਡ ਕਿਵੇਂ ਹੋ ਗਿਆ ਕਿ ਹਰਿਆਣੇ ਦੇ ਵਿੱਚ ਜ਼ਿਆਦਾ ਤਕਲੀਫ ਹੈ ਵੀ ਵੱਖਰਾ ਗੁਰਦੁਆਰਾ ਮੈਨੇਜਮੈਂਟ ਬੋਰਡ ਜਾਂ ਕਮੇਟੀ ਕਿਵੇਂ ਬਣ ਗਈ? ਬਿਲਕੁਲ, ਜਿਹੜਾ ਅਨਪ੍ਰੈਸੀਡੈਂਟਡ ਲਫ਼ਜ਼ ਹੈ ਜੀ ਬਹੁਤ ਮਹੱਤਵਪੂਰਨ ਹੈ। ਉਹ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਸਾ ਕੋਈ ਹੋਰ ਨਹੀਂ। ਸ਼੍ਰੋਮਣੀ ਦਾ ਮਤਲਬ ਹੁੰਦਾ ਸਰਵੋੱਚ, ਸੁਪਰੀਮ, ਯਾਨੀ ਏਪੈਕਸ ਬਾਡੀ। ਇਹ ਏਪੈਕਸ ਬਾਡੀ ਹੈ ਜਿਹੜੀ ਹੋਰ ਕਿਧਰੇ ਨਹੀਂ ਹੈ। ਹੋਰ ਬਾਕੀ ਕਮੇਟੀਆਂ ਹਨ ਪਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਕੇਵਲ SGPC ਹੈ। ਹੁਣ ਅਨਪ੍ਰੈਸੀਡੈਂਟਡ ਇਸ ਤਰ੍ਹਾਂ ਹੈ ਕਿ ਜਦੋਂ ਇਹਦੀ ਜਦੋਜਹਿਦ ਗੁਰਦੁਆਰਾ ਸੁਧਾਰ ਲਹਿਰ ਦੀ ਜਦੋਂ ਜਦੋਜਹਿਦ ਸ਼ੁਰੂ ਹੋਈ ਤਾਂ ਉਸ ਲਈ ਉਹਦਾ ਜਿਹੜਾ ਜਦੋਜਹਿਦ ਦਾ, ਉਸ ਲਹਿਰ ਦਾ, ਉਸ ਐਜੀਟੇਸ਼ਨ ਦਾ ਜ਼ਿਕਰ ਸਾਰੇ ਸੰਸਾਰ ਵਿੱਚ ਬੈਠਾ ਸਿੱਖ ਕਰਦਾ। ਭਾਵੇਂ ਅਮਰੀਕਾ, ਅਫਰੀਕਾ, ਜਾਪਾਨ ਦੇ ਦਿਲਾਂ 'ਚ ਬੈਠੇ, ਅੰਮ੍ਰਿਤਸਰ ਬੈਠਾ, ਹਰਿਆਣੇ 'ਚ ਬੈਠਾ, ਉਹ ਵੀ ਉਹਨਾਂ ਦੀ ਯਾਦ ਕਰਦਾ ਹੈ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਖਾਤਰ ਕੁਰਬਾਨੀਆਂ ਕੀਤੀਆਂ, ਜਿਹਦੇ 'ਚ ਗੰਗਸਰ, ਜੈਤੋ, ਨਨਕਾਣਾ ਸਾਹਿਬ, ਪੰਜਾ ਸਾਹਿਬ, ਸਿਆਲਕੋਟ, ਸਾਰੇ ਤਰਨਤਾਰਨ ਸਾਹਿਬ, ਜਿੰਨੇ ਵੀ ਗੁਰਦੁਆਰੇ ਸੀ। ਔਰ ਉਹ ਲਹਿਰ ਇਤਨੀ ਅਨਪ੍ਰੈਸੀਡੈਂਟਡ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਸ ਲਹਿਰ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਜੇਲ੍ਹ ਗਏ, ਨਾਭੇ ਦੀ ਜੇਲ੍ਹ ਕੱਟੀ ਉਹਨਾਂ ਨੇ। CF ਐਂਡਰਿਊਜ਼ ਇੱਥੇ ਆਏ। ਗੁਰੂ ਕੇ ਬਾਗ, ਜਿਹਦਾ ਇਹ ਮੋਰਚੇ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਇੱਕ ਪਾਸੇ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਗੁਰਦੁਆਰਾ ਸੁਧਾਰ ਲਹਿਰ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਸੰਸਥਾਵਾਂ ਉਹਦੇ ਲਈ ਸੋਵੀਨੀਅਰ ਕੱਢ ਰਹੀਆਂ, ਔਰ ਦੂਜੇ ਪਾਸੇ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ। ਮੈਨੂੰ ਇਸ ਤਰ੍ਹਾਂ ਲੱਗਦਾ ਅਨਪ੍ਰੈਸੀਡੈਂਟਡ 47 ਤੋਂ ਬਾਅਦ ਕੁਰਬਾਨੀਆਂ ਦੇ ਕੇ, ਇੰਨੀ ਕਤਲੋਗਾਰਤ ਦੇ ਬਾਅਦ, ਫਿਰ ਜਦੋਂ ਇੱਕਦਮ ਆਜ਼ਾਦੀ ਤੋਂ ਬਾਅਦ ਹੋਇਆ, ਜਿਹਨੂੰ ਕਿਹਾ ਗਿਆ ਕਿ ਐਸੇ ਵੈਸੇ ਕੈਸੇ ਕੈਸੇ ਹੋ ਗਏ, ਕੈਸੇ ਕੈਸੇ ਐਸੇ ਵੈਸੇ ਹੋ ਗਏ, ਔਰ ਉਸ ਦੇ ਬਾਅਦ ਜਿਹੜਾ ਸੀਗਾ ਇਹ ਗੁਰਦੁਆਰਿਆਂ ਦਾ ਪ੍ਰਬੰਧ ਆਇਆ। ਮਗਰ ਜਿਸ ਵੇਲੇ ਗੁਰਦੁਆਰਾ ਪ੍ਰਬੰਧ ਦੀ ਲਹਿਰ ਦੀ ਕਾਮਯਾਬੀ ਦੇ ਬਾਅਦ ਹਜ਼ਾਰਾਂ ਕੁਰਬਾਨੀਆਂ ਦੇ ਕੇ, ਇਤਨੀ ਤਸ਼ੱਦਦ ਸਹਿ ਕੇ, ਔਰ ਉਸ ਦੇ ਵਿੱਚ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ, ਉਹਨਾਂ ਨੇ ਟੈਲੀਗ੍ਰਾਮ ਦਿੱਤੀ ਕਿ ਦੇਸ਼ ਦੀ ਆਜ਼ਾਦੀ ਦੀ ਵੱਡੀ ਜੰਗ ਜਿੱਤੀ ਗਈ ਹੈ। ਸੋ ਗੁਰਦੁਆਰਿਆਂ ਦੀ ਜੰਗ ਕੇਵਲ ਗੁਰਦੁਆਰੇ ਦੇ ਪ੍ਰਬੰਧ ਦੀ ਜੰਗ ਨਹੀਂ ਹੈ। ਗੁਰਦੁਆਰਿਆਂ ਦੇ ਪ੍ਰਬੰਧ ਦੀ ਜੰਗ ਜਿਹੜੀ ਹੈ ਕੇਵਲ ਇੱਕ ਗੁਰਦੁਆਰੇ ਦੀ ਲੜਾਈ ਨਹੀਂ ਹੈ, ਇਹ ਗੋਲਕ ਦੀ ਲੜਾਈ ਨਹੀਂ ਹੈ, ਇਹ ਕੌਮ ਦੇ ਉਸ ਸਿਧਾਂਤ ਦੀ ਲੜਾਈ ਹੈ ਜਿਹੜਾ ਰੋਜ਼ ਅਰਦਾਸ ਵਿੱਚ ਕਹਿੰਦੇ ਆ, ਗੁਰਦੁਆਰਿਆਂ ਦੀ ਪ੍ਰਬੰਧ ਅਦਾਨ ਸੇਵਾ ਸੰਭਾਲ ਖਾਲਸਾ ਜੀ ਨੂੰ ਪ੍ਰਾਪਤ ਹੋਏ। ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਇੱਕ ਕਹਿਣਾ ਪੈ ਰਿਹਾ, ਇੱਕ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਪੈ ਰਿਹਾ, 1925 ਦੇ ਵਿੱਚ ਜਦੋਂ ਇਹ ਗੁਰਦੁਆਰਾ ਐਕਟ ਬਣਾਉਣਾ ਸੀ ਔਰ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਜੋ ਸਿੱਖਾਂ ਨੇ ਮੰਗਿਆ ਸੀ, ਜੋ ਕੀਤਾ ਸੀ, ਇਹਨਾਂ ਨੇ ਡਰਾਫਟ ਅਪਰੂਵ ਕੀਤਾ, ਔਰ ਉਹਦੇ ਬਾਅਦ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਲਿਖ ਕੇ ਦਿਓ ਕਿ ਇਹ ਤੁਸੀਂ ਇਸ ਐਕਟ ਨੂੰ ਮੰਨੋਗੇ, ਤਾਂ ਉਸ ਵੇਲੇ ਸਿੱਖ ਲੀਡਰਸ਼ਿਪ ਨੇ ਲਿਖ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕਿਸੇ ਕਿਸਮ ਦੀ ਕੋਈ ਮੰਨਾਂਗੇ। ਪਰ ਜਿਸ ਵੇਲੇ ਪਹਿਲੀ ਇਲੈਕਸ਼ਨ ਹੋਈ, ਬਾਬਾ ਖੜਕ ਸਿੰਘ ਪ੍ਰੈਜ਼ੀਡੈਂਟ ਬਣ ਗਏ, ਮਾਸਟਰ ਤਾਰਾ ਸਿੰਘ ਜਨਰਲ ਸੈਕਟਰੀ ਚੁਣੇ ਗਏ, ਔਰ ਜਿਹੜੇ ਦੂਜੇ ਹਾਲਾਂ ਕੁਰਬਾਨੀ ਸੀ ਮਗਰ ਉਹ ਜਿਹੜੇ ਇੱਕ ਸ਼ਰਤ ਦੇ ਉੱਤੇ ਬਾਹਰ ਆ ਗਏ, ਉਹਨਾਂ ਨੂੰ ਮਾਫੀ ਮੰਗੂ ਗਰੁੱਪ ਕਿਹਾ ਗਿਆ। ਬਾਬਾ ਖੜਕ ਸਿੰਘ ਨੂੰ ਸੈਸ਼ਨ ਜੱਜ ਦੇ ਅੱਗੇ ਪੇਸ਼ ਕੀਤਾ ਕਿ ਤੂੰ ਇਸ ਕੇਸ ਦੇ ਵਿੱਚ ਦੱਸ ਕੇ ਕੀ ਬਿਆਨ ਦੇਣਾ ਹੈ। ਹੁਣ ਅਨਪ੍ਰੈਸੀਡੈਂਟਡ ਮੈਂ ਦੱਸ ਰਿਹਾ ਕਿਵੇਂ ਹੈ। ਬਾਬਾ ਖੜਕ ਸਿੰਘ ਨੇ ਜੋ ਬਿਆਨ ਦਿੱਤਾ ਸੈਸ਼ਨ ਜੱਜ ਦੇ, ਉਹ ਰਿਕਾਰਡ ਵਿੱਚ ਮੌਜੂਦ ਹੈ। ਬਾਬਾ ਖੜਕ ਸਿੰਘ ਨੇ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸਿੱਖ ਕੌਮ ਦਾ ਪ੍ਰੈਜ਼ੀਡੈਂਟ ਆ। ਇਸ ਜਿਹੜਾ ਕੇਸ ਹੈ, ਮੁਕੱਦਮਾ ਹੈ, ਉਹਦੇ ਵਿੱਚ ਦੋ ਧਿਰਾਂ ਹੈ, ਦੂਜੀ ਧਿਰ ਦਾ ਨੌਕਰ ਇੱਕ ਜੱਜ ਹੈ। ਮੈਂ ਸਿੱਖ ਕੌਮ ਦਾ ਪ੍ਰੈਜ਼ੀਡੈਂਟ ਹੋਣ ਦੀ ਹੈਸੀਅਤ ਵਿੱਚ ਮੇਰੀ ਪੋਜੀਸ਼ਨ ਅਮਰੀਕਾ, ਜਾਪਾਨ ਜਾਂ ਇੰਗਲੈਂਡ ਦੇ ਅਮਰੀਕਾ, ਜਾਪਾਨ ਜਾਂ ਫਰਾਂਸ ਦੇ ਪ੍ਰੈਜ਼ੀਡੈਂਟ ਜੈਸੀ ਹੈ ਜਾਂ ਇੰਗਲੈਂਡ ਦੇ ਕਿੰਗ ਜੈਸੀ ਹੈ। ਮੈਂ ਇੱਕ ਨੌਕਰ ਦੇ ਸਾਹਮਣੇ ਬਿਆਨ ਨਹੀਂ ਦੇ ਸਕਦਾ। ਇਹ ਅਨਪ੍ਰੈਸੀਡੈਂਟਡ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਦੀ ਹਾਲਤ ਇਹ ਸੀ ਕਿ ਜਦੋਂ ਬਾਬਾ ਜੀ ਰਿਹਾ ਹੋ ਕੇ ਆਏ, ਗਵਰਨਰ ਜਨਰਲ ਦਾ ADC ਬਾਹਰ ਗੱਡੀ ਲੈ ਕੇ ਖੜਾ ਸੀ ਕਿ ਤੁਹਾਨੂੰ ਗਵਰਨਰ ਜਨਰਲ ਨੇ ਯਾਦ ਕੀਤਾ। ਬਾਬਾ ਜੀ ਕਹਿੰਦੇ ਉਹਨੂੰ ਲੋੜ ਹੋਏਗੀ ਅੰਮ੍ਰਿਤਸਰ ਆ ਕੇ ਮਿਲੇਗਾ,
ਔਰ ਉੱਥੋਂ ਟਾਂਗੇ ਤੇ ਬੈਠ ਕੇ ਲਾਹੌਰ ਤੋਂ ਅੰਮ੍ਰਿਤਸਰ ਆ ਗਏ। ਚਾਬੀਆਂ ਸੀਜ਼ ਕਰ ਲਈਆਂ ਸੀ ਗਵਰਨਮੈਂਟ ਨੇ, ਔਰ ਉਹਨਾਂ ਨੂੰ ਦੇਣ ਲਈ ਕਮਿਸ਼ਨਰ ਖੁਦ ਆਇਆ ਉੱਥੇ, ਔਰ ਬਾਬਾ ਜੀ ਨੇ ਕਿਹਾ ਕਿ ਮੈਂ ਹਰਮੰਦਰ ਸਾਹਿਬ ਦੀਆਂ ਚਾਬੀਆਂ ਲਵਾਂਗਾ ਪਰ ਜੇ ਸੰਗਤ ਇਜਾਜ਼ਤ ਦੇਗੀ। ਔਰ ਇਹ ਵੀ ਇਤਿਹਾਸਕ ਤੱਥ ਹੈ। ਇੱਕ ਮਿੰਟ ਸਰ, ਲਾਸਟ ਇੱਕ ਬੜਾ ਜ਼ਰੂਰੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਸੀ, ਉਸ ਵੇਲੇ ਸੈਕਟਰੀ ਆਫ ਸਟੇਟ ਵਾਇਰਲੈਸ ਦੇ ਉੱਤੇ ਬੈਠਾ ਹੁੰਦਾ ਸੀ ਕਿ ਮਤੇ ਕਿਹੜੇ ਪਾਸ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸੀ ਜਿਹਨੂੰ ਕਿ ਇੱਕ ਐਸੀ ਸੰਸਥਾ ਹੈ ਜਿਹਦਾ ਕੋਈ ਸਾਨੀ ਨਹੀਂ ਹੈ, ਜਿਹਦਾ ਕੋਈ ਹੋਰ ਮੁਕਾਬਲਾ ਨਹੀਂ ਹੈਗਾ। ਔਰ ਇਹਨਾਂ ਨੇ ਜੋ ਕੁਝ ਕੀਤਾ ਹੈਗਾ, ਪਰ ਇੱਕ ਚੀਜ਼ ਜਿਹੜੀ ਮੈਂ ਕਹਿਣੀ ਚਾਹਾਂਗਾ, 1925 ਤੋਂ ਲੈ ਕੇ 1947 ਤੱਕ ਇੱਕ ਵੀ ਦਖਲ ਦੀ ਕੋਈ ਐਸੀ ਹਰਕਤ ਨਹੀਂ ਕੀਤੀ ਅੰਗਰੇਜ਼ ਸਰਕਾਰ ਨੇ, ਇੱਕ ਵੀ ਅਮੈਂਡਮੈਂਟ ਨਹੀਂ ਕੀਤੀ। ਪਰ ਜਦੋਂ 1947 ਤੋਂ ਬਾਅਦ ਭਾਰਤ ਸਰਕਾਰ, ਭਾਵੇਂ ਉਹ ਜਿਹੜੀ ਵੀ ਆਈ ਹੈ, ਭਾਵੇਂ ਉਹਦੇ ਚ ਅਕਾਲੀ ਵੀ 12 ਸਾਲ ਉਹਦੇ ਵਿੱਚ ਰਹੇ ਹੈ, ਉਹਦੇ ਭਾਈਵਾਲ ਰਹੇ ਹੈ, ਪਰ ਕੋਈ ਸਰਕਾਰ ਐਸੀ ਨਹੀਂ ਆਈ ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਸਿੱਖਾਂ ਕੋਲੋਂ ਖੋਣ ਦੀ ਜਾਇਜ਼ ਨਜਾਇਜ਼ ਤਰੀਕੇ ਨਾਲ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਉਹ ਪੈਪਸੂ ਤੋੜ ਕੇ ਉਹਦੇ ਵਿੱਚ ਸ਼ਾਮਿਲ ਕਰਨੇ, ਭਾਵੇਂ ਹੋਰ ਅਮੈਂਡਮੈਂਟਸ ਕਰਨੀਆਂ। ਇਸ ਦੇ ਬਾਅਦ ਇੰਨੀਆਂ ਮੁਦਾਖਲਤ ਦੇ ਬਾਅਦ ਇੱਕ ਨਹਿਰੂ ਤਾਰਾ ਸਿੰਘ ਪੈਕਟ ਹੋਇਆ, ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਕੋਈ ਐਕਟ ਪਾਸ ਨਹੀਂ ਕਰਾਂਗੇ, ਕੋਈ ਮੁਦਾਖਲਤ ਨਹੀਂ ਕਰਾਂਗੇ, ਕੋਈ ਮਤਾ ਨਹੀਂ ਕਰਾਂਗੇ ਸਰਕਾਰ ਵੱਲੋਂ ਜਿਹਦੇ ਤੇ ਸਿੱਖਾਂ ਦੀ ਮਨਜ਼ੂਰੀ ਨਹੀਂ ਹੋਏਗੀ, ਪਰ ਉਸ ਨੂੰ ਦਰਕਿਨਾਰ ਕਰ ਦਿੱਤਾ, ਵਿਸ਼ਵਾਸਘਾਤ ਕੀਤਾ। ਔਰ ਇਸ ਦੇ ਬਾਅਦ ਲੋਂਗੋਵਾਲ ਅਕਾਰਡ ਵਿੱਚ ਸ਼ੁਰੂ ਤੋਂ ਮੰਗ ਸੀ, ਔਰ ਪ੍ਰਾਇਰ ਮੰਗ ਇਹ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ। 2 ਵਾਰੀ ਪੈਨਲ ਕੇਂਦਰ ਸਰਕਾਰ ਨੇ ਬਣਾਇਆ, ਜਸਟਿਸ ਹਰਬੰਸ ਸਿੰਘ ਨੂੰ ਸਾਰੇ ਹਿੰਦੁਸਤਾਨ ਦਾ ਦੌਰਾ ਕਰਾਇਆ, ਔਰ ਉਸ ਦੇ ਬਾਅਦ ਕਰਕੇ ਉਹਨੂੰ ਦਰਕਿਨਾਰ ਕਰਕੇ ਇਹ ਕੇਵਲ ਇੱਕ ਐਡਮਿਨਿਸਟ੍ਰੇਟਿਵ ਨਹੀਂ ਹੈ, ਗੁਰਦੁਆਰਿਆਂ ਦਾ ਨਹੀਂ ਹੈ, ਇਹ ਭਾਰਤ ਸਰਕਾਰ ਵੱਲੋਂ ਅੰਮ੍ਰਿਤ ਮਹੋਤਸਵ ਦੇ ਉੱਤੇ ਸਿੱਖਾਂ ਨੂੰ ਦਿੱਤਾ ਗਿਆ ਵਿਸ਼ਵਾਸਘਾਤ ਦਾ ਸਭ ਤੋਂ ਵੱਡਾ ਤੋਹਫਾ ਹੈ, ਜਿਹਦੇ ਉੱਤੇ ਬੀਜੇਪੀ ਦਾ ਫੁੰਮਣ ਲੱਗਾ। ਔਰ ਇਹ ਤਾਂ ਹੋ ਸਕਿਆ, ਅੰਗਰੇਜ਼ਾਂ ਵੇਲੇ ਵੀ ਕੁਝ ਝੋਲੀ ਚੁੱਕ ਸੀਗੇ ਜਿਹੜੇ ਅੰਗਰੇਜ਼ਾਂ ਨਾਲ ਰਲ ਕੇ ਉਹਨਾਂ ਦਾ ਸਾਥ ਦਿੰਦੇ ਸੀ, ਇਸ ਐਜੀਟੇਸ਼ਨ ਦਾ ਵਿਰੋਧ ਕਰਦੇ ਸੀ। ਅੱਜ ਵੀ ਉਹਨਾਂ ਦੀ ਮਦਦ ਲੈ ਕੇ ਸਿੱਖਾਂ ਦੇ ਕੋਲੋਂ ਇਸ ਨੂੰ ਖੋਇਆ ਜਾ ਰਿਹਾ। ਪਰ ਇਹਦੇ ਲਈ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਲੀਡਰਸ਼ਿਪ ਦੀ ਵੀ ਹੈ। ਉਹ ਸਾਡੇ ਹਿੱਤਾਂ ਨੂੰ, ਤੁਸੀਂ ਜਿਵੇਂ ਕਿਹਾ 8 ਸਾਲ ਚੁੱਪ ਬੈਠੇ ਰਹੇ, ਜਦੋਂ ਕਿਧਰੇ ਫਿਰ ਬਾਹਰ ਆਉਂਦੇ ਆ ਫਿਰ ਇਹ ਕੱਢ ਕੇ ਲੈ ਆਉਂਦੇ ਆ। ਅਦਰਵਾਈਜ਼ ਤੇ ਇਹ ਜਿਹੜਾ ਮਾਮਲਾ ਹੈ ਇਹ ਅਕਾਲੀਆਂ ਦਾ ਨਹੀਂ ਹੈ, ਕਿਸੇ ਹਰਿਆਣੇ ਦਾ ਨਹੀਂ ਹੈ, ਪੰਜਾਬ ਦਾ ਨਹੀਂ ਹੈ, ਇਹ ਸਾਰੇ ਸੰਸਾਰ ਦੇ ਸਿੱਖਾਂ ਦਾ। ਇੱਕ ਗੱਲ ਰਿਤੇਸ਼ ਜੀ, ਜਿਹੜਾ ਆਮ ਗੁਰਦੁਆਰੇ ਮਤੇ ਪਾਸ ਕਰ ਸਕਦਾ ਹੈ, ਰੈਜ਼ੋਲੂਸ਼ਨ ਹੁੰਦੇ ਹੈ, ਤੁਸੀਂ ਦੇਖੋ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਾ ਪਾਸ ਕਰਦੀ ਹੈ ਉਹਨੂੰ ਗੁਰਮਤਾ ਕਿਹਾ ਜਾਂਦਾ, ਉਹ ਸਾਰੇ ਸੰਸਾਰ ਤੇ ਲਾਗੂ ਹੁੰਦਾ ਹੈ। ਅੱਜ ਸਾਰਾ ਸੰਸਾਰ ਜਿਹੜਾ ਹੈ ਇਹਦੇ ਵੱਲ ਦੇਖ ਰਿਹਾ ਹੈ, ਔਰ ਸਾਰੇ ਸੰਸਾਰ ਦੇ ਸਿੱਖਾਂ ਨੂੰ ਇਹ ਬੜੀ ਵੱਡੀ ਚੁਣੌਤੀ ਔਰ ਚੈਲੰਜ ਹੈ ਕਿ ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੈਗੇ। ਲਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਅਕਾਲੀ ਦਲ ਵੀ ਇਹੀ ਭਾਸ਼ਾ ਬੋਲਦਾ ਪਿਆ, ਤੇ ਮੈਨੂੰ ਥੋੜਾ ਜਿਹਾ ਦੁੱਖ ਇਹ ਹੈ ਵੀ ਤੁਹਾਡੀ ਭਾਸ਼ਾ ਵੀ ਅਕਾਲੀ ਦਲ ਦੇ ਨਾਲ ਅੱਜ ਰਲਦੀ ਪਈ ਹੈ। ਹਾਲਾਂਕਿ ਤੁਸੀਂ ਇੱਕ ਵੱਖਰੇ ਪਰਸਪੈਕਟਿਵ ਤੋਂ ਗੱਲ ਕਰ ਰਹੇ ਹੋ। ਆਹੀ ਜਿਹੜੇ ਇਤਿਹਾਸ ਦੀ ਗੱਲ ਕਰਕੇ ਧਾਰਮਿਕ ਜਿਹੜਾ ਇੱਕ ਪਿਛੋਕੜ ਹੈ, ਇੱਕ ਸੰਘਰਸ਼ ਰਿਹਾ ਹੈ, ਉਸ ਦਾ ਹੀ ਹਵਾਲਾ ਦੇ ਕੇ ਅਕਾਲੀ ਦਲ ਵੀ ਲਗਭਗ ਇਹੀ ਗੱਲ ਕਰਦਾ ਪਿਆ। ਲੇਕਿਨ ਇਹ ਨੌਬਤ ਕਿਉਂ ਆਉਂਦੀ ਹੈ? ਮੈਂ 2014 ਦੇ ਵਿੱਚ ਜਾਂ 2014 ਤੋਂ ਪਹਿਲਾਂ ਦੇ ਤਕਰੀਬਨ 5-7 ਸਾਲ ਪੂਰੀ ਐਜੀਟੇਸ਼ਨ, ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝਿੰਡਾ, ਉਹਨਾਂ ਨੇ ਕਿਵੇਂ ਹਰਿਆਣਾ ਦੇ ਵਿੱਚ, ਇਹ ਸਾਰੇ ਉਹੀ ਮੈਂਬਰ ਸੀ ਜੋ ਕਿ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਇਆ ਕਰਦੇ ਸੀ ਹਰਿਆਣਾ ਦੇ। ਇਹਨਾਂ ਨੂੰ ਸੀਗਾ ਜੀ ਸਾਨੂੰ ਫੰਡਿੰਗ ਨਹੀਂ ਮਿਲ ਰਹੀ, ਸਾਨੂੰ ਕੋਈ ਪਾਰਦਰਸ਼ਿਤਾ ਨਹੀਂ ਹੈ, ਸੈਂਟਰਲਾਈਜੇਸ਼ਨ ਹੋ ਗਈ ਐਸਜੀਪੀਸੀ ਦੀ ਸੈਂਟਰਲਾਈਜੇਸ਼ਨ, ਠੀਕ ਹੈ ਨਾ। ਉਹ ਸੈਂਟਰਲਾਈਜੇਸ਼ਨ ਵੀ ਐਡੀ ਹੋਈ ਵੀ ਉਹਦੇ ਚ ਪਿਛਲੇ 11 ਸਾਲ ਤੋਂ ਇਲੈਕਸ਼ਨ ਨਹੀਂ ਕੋਈ ਕੰਡਕਟ ਕਰਾਇਆ ਗਿਆ ਅਕਾਲੀ ਦਲ ਨੇ। ਸੋ ਇੱਕ ਅਜਿਹੀ ਗੁਰਦੁਆਰਾ ਕਮੇਟੀ ਜਿਹਨੂੰ ਆਪਾਂ ਸ਼੍ਰੋਮਣੀ ਕਹਿ ਰਹੇ ਹਾਂ, ਐਸਜੀਪੀਸੀ, ਉਹਦੀ ਕੀ ਸੈਂਕਟਿਟੀ ਹੈ ਜੇ ਉਹਦੇ ਚ 11 ਸਾਲ ਇਲੈਕਸ਼ਨ ਨਹੀਂ ਹੋ ਰਿਹਾ? ਕਾਬਜ਼ ਉੱਥੇ ਇੱਕ ਸਿਆਸੀ ਧਿਰ ਬੈਠੀ ਹੈ, ਇੱਕ ਸਿਆਸੀ ਧਿਰ ਦੇ ਜਿਹੜੇ ਲੀਡਰਾਂ ਦੀ ਜੇਬਾਂ ਦੇ ਵਿੱਚੋਂ ਪਰਚੀ ਨਿਕਲਦੀ ਹੈ ਤਾਂ ਐਸਜੀਪੀਸੀ ਦਾ ਪ੍ਰਧਾਨ ਥਾਪਿਆ ਜਾਂਦਾ ਹੈ। ਐਸਜੀਪੀਸੀ ਦੇ ਪ੍ਰਧਾਨ ਦੀ ਆਪਣੀ ਕੀ ਵੈਲਿਊਏਸ਼ਨ ਹੈ? ਤੁਸੀਂ ਦੱਸ ਰਹੇ ਹੋ ਐਸਜੀਪੀਸੀ ਦੇ ਪ੍ਰਧਾਨ ਦਾ ਕੱਦ ਕੀ ਹੋਇਆ ਕਰਦਾ ਸੀ। ਅੱਜ ਦੇ ਐਸਜੀਪੀਸੀ ਦੇ ਪ੍ਰਧਾਨ ਤੇ ਵਿਤਰੇ 25 ਸਾਲਾਂ ਦੇ ਐਸਜੀਪੀਸੀ ਦੇ ਪ੍ਰਧਾਨਾਂ ਦਾ ਆਫਟਰ ਸਰਦਾਰ ਗੁਰਚਰਨ ਸਿੰਘ ਟੌੜਾ ਆਪਾਂ ਕਿਰਦਾਰ ਦੇਖੀਏ ਤੇ ਉਹਨਾਂ ਦਾ ਇੱਕ ਲੈਵਲ ਦੇਖੀਏ ਤੇ ਉਹਨਾਂ ਦੀ ਪਾਵਰ ਦੇਖੀਏ, ਹੋਰ ਤਾਂ ਛੱਡ ਦਈਏ ਭਾਰਤ ਸਰਕਾਰ ਤੇ ਹੋਰ ਸਰਕਾਰਾਂ ਦੀ ਗੱਲ ਛੱਡ ਦਈਏ, ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਗੱਲ ਕਰਨ ਦਾ ਜਿਹੜਾ ਇੱਕ ਲਹਿਜ਼ਾ ਹੈ, ਜਿਹੜੀ ਟੋਨ ਹੈ, ਉਹਦੇ ਵਿੱਚ ਇੱਕ ਲਗਾਤਾਰ ਗਿਰਾਵਟ ਨਿਖਾਰ ਆਇਆ ਹੈ। ਸੋ ਇਹ ਜਿਹੜੇ ਹਾਲਾਤ ਬਣੇ ਨੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਗਿਰਾਵਟ ਹੈ, ਜਿਸ ਕਾਰਨ ਹਰਿਆਣਾ ਦੇ ਸਿੱਖਾਂ ਨੇ ਆਪਣੀ ਅਲੱਗ ਮੰਗ ਮੰਨੀ। ਸੋ ਅੱਜ ਜਦੋਂ ਹਰ ਪਾਸੇ ਹੀ ਮੇਰਾ ਸਵਾਲ ਵਿੱਚ ਇਹ ਕਿ ਦਿੱਲੀ ਦੇ ਇਲੈਕਸ਼ਨ ਤੁਸੀਂ ਉਹਨਾਂ ਦੇ ਮੈਨੇਜਮੈਂਟ ਐਕਟ ਦੇ ਉੱਤੇ ਲੜਦੇ ਹੋ, ਉਹਨਾਂ ਦੇ ਜਿਹੜੇ ਸਕੱਤਰ ਤੇ ਉਹਨਾਂ ਦੇ ਬਿਊਰੋਕਰੇਟ ਤੁਹਾਨੂੰ ਇਲੈਕਸ਼ਨ ਲੜਦੇ, ਤੁਸੀਂ ਉੱਥੇ ਜਾ ਕੇ ਅੰਡਰਟੇਕਿੰਗਸ ਦਿੰਦੇ ਹੋ, ਜਾਂ ਤਾਂ ਤੁਸੀਂ ਸਿਧਾਂਤਕ ਤੌਰ ਤੇ ਉਹ ਇਲੈਕਸ਼ਨ ਵੀ ਨਾਲ ਲੜੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਫਿਰ ਤਾਂ ਅਕਾਲੀ ਦਲ ਨੂੰ ਚੰਗਾ ਲੱਗਦਾ ਵੀ ਅੱਜ ਵਿਰੋਧਤਾ ਕਰ ਰਹੇ ਹੋ ਹਰਿਆਣੇ ਦੀ,
ਉੱਥੇ ਤੁਸੀਂ ਜਾ ਕੇ ਸਾਰੀ ਅੰਡਰਟੇਕਿੰਗਸ ਦੇ ਕੇ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਹੋ, ਉੱਥੇ ਤੁਸੀਂ ਇਲੈਕਸ਼ਨ ਲੜਦੇ ਹੋ, ਤੇ ਅੱਜ ਹਰਿਆਣੇ ਦੇ ਵਿੱਚ ਜੇ ਬਣ ਕੇ ਉਹਦਾ ਵਿਰੋਧ ਹੋ ਰਿਹਾ ਹੈ, ਇਹ ਤਾਂ ਇੱਕ ਡਬਲ ਸਟੈਂਡਰਡ ਹੋ ਗਿਆ ਨਾ। ਉਹ ਇਤਿਹਾਸਕ ਪੱਖ ਤੁਹਾਡਾ ਠੀਕ ਹੈ, ਲੇਕਿਨ ਹਾਲਾਤ ਨੌਬਤ ਕਿਉਂ ਅਜਿਹੀ ਪੈਦਾ ਹੋਈ ਹੈ? ਬਹੁਤ ਤੁਸੀਂ ਜਿਹੜੇ ਸਵਾਲ ਦੋ ਕੀਤੇ, ਇੱਕ ਤੇ ਫੰਡਿੰਗ ਜਿਹੜੀ ਸੀਗੀ ਕਿ ਹਰਿਆਣੇ ਨੂੰ ਫੰਡਿੰਗ ਘੱਟ ਸੀਗੀ, ਔਰ ਦੂਜੀ ਇਲੈਕਸ਼ਨ ਨਹੀਂ ਹੋਈ ਇਹਦੇ ਲਈ। ਤੀਜਾ ਤੁਸੀਂ ਮੇਰੇ ਤੇ ਬੜਾ ਵੱਡਾ ਇਲਜ਼ਾਮ ਲਾਇਆ ਕਿ ਮੇਰੀ ਆਵਾਜ਼ ਵੀ ਅਕਾਲੀ ਦਲ ਦੇ ਧੂਤੂ ਵਰਗੀ ਹੈਗੀ ਹੈ। ਮੈਂ ਇੱਕ ਸਪਸ਼ਟ ਕਰ ਦਿਆਂ ਕਿ ਮੈਂ ਸ਼ੁਰੂ ਤੋਂ ਤੁਹਾਡੇ ਨਾਲ ਅੱਜ ਤੋਂ ਨਹੀਂ ਕਿਤਨੇ ਦਹਾਕਿਆਂ ਤੋਂ ਜੁੜਿਆ ਔਰ ਮੀਡੀਆ ਦੇ ਵਿੱਚ ਜੁੜਿਆ ਹੋਇਆ। ਮੇਰੀ ਅੱਜ ਜੋ ਮੈਂ ਕਹਿ ਰਿਹਾ, ਮੈਂ 20 ਸਾਲ 30 ਸਾਲ ਪਹਿਲੇ ਵੀ ਇਹੀ ਕਹਿੰਦਾ ਸੀ, ਮੈਂ 30 ਸਾਲ ਪਹਿਲੇ ਵੀ ਇਹੀ ਲਿਖਦਾ ਸੀ। ਹਾਂ, ਅਕਾਲੀ ਦਲ ਨੇ ਅਗਰ ਟੋਨ ਚੇਂਜ ਕੀਤੀ ਹੈ, ਉਹ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਟੋਨ ਕਿਉਂ ਚੇਂਜ ਕੀਤੀ ਹੈ। ਮੇਰੀ ਟੋਨ ਵਿੱਚ ਕੋਈ ਤਬਦੀਲੀ ਨਹੀਂ ਆਈ, ਕਿਉਂਕਿ ਮੈਂ ਕਿਸੇ ਸਿਧਾਂਤ ਨੂੰ ਮੁੱਖ ਰੱਖ ਕੇ ਔਰ ਜਿਹੜਾ ਜਿਸ ਜਦੋਜਹਿਦ ਨੂੰ ਲੈ ਕੇ ਉਹ ਗੁਰਦੁਆਰਾ ਸੁਧਾਰ ਲਹਿਰ ਹੋਈ ਸੀ, ਮੈਂ ਉਸ ਦੇ ਬੁਨਿਆਦ ਦੇ ਉੱਤੇ ਗੱਲ ਕਰ ਰਿਹਾ। ਦੂਜੀ ਗੱਲ ਬੜਾ ਅਹਿਮ ਹੈ ਤੁਹਾਡਾ ਕਿ ਹਰਿਆਣੇ ਦਾ ਤੁਸੀਂ ਕਿਹਾ ਕਿ ਉਹਨਾਂ ਨੂੰ ਫੰਡਿੰਗ ਨਹੀਂ ਮਿਲਦੀ। ਤੁਹਾਨੂੰ ਯਾਦ ਹੋਏਗਾ ਤੁਹਾਡੇ ਹੀ ਪ੍ਰੋਗਰਾਮ ਦੇ ਵਿੱਚ ਝਿੰਡਾ ਸਾਹਿਬ ਆਏ ਸੀਗੇ ਔਰ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਸਾਨੂੰ ਫੰਡਿੰਗ ਨਹੀਂ ਮਿਲਦੀ। ਉਸ ਵੇਲੇ ਮੇਰੇ ਕੋਲ ਸਾਰਾ ਡਾਟਾ ਸੀ, ਸਟੈਟਿਸਟਿਕ ਸੀਗਾ। ਜਦੋਂ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਹਰਿਆਣੇ ਦੇ ਗੁਰਦੁਆਰੇ ਅਗਰ 10% ਕੰਟਰੀਬਿਊਟ ਕਰਦੇ ਆ, 80% ਉਹਦੇ ਸ਼੍ਰੋਮਣੀ ਕਮੇਟੀ ਆਪਣੇ ਕੋਲੋਂ ਲਗਾ ਕੇ ਤੇ ਉਹਦੇ ਵਿੱਚ ਉਹ ਗੁਰਦੁਆਰਿਆਂ ਦੇ ਉੱਥੇ ਮੈਡੀਕਲ ਕਾਲਜਸ ਜਾਂ ਹੋਰ ਜਗ੍ਹਾ ਕਰਦੀ ਹੈ। ਜਦੋਂ ਉਹ ਡਾਟਾ ਸਾਹਮਣੇ ਆਇਆ, ਝਿੰਡਾ ਸਾਹਿਬ ਉੱਠ ਗਏ ਸੀਗੇ ਕਿ ਤੁਸੀਂ ਮੇਰੀ ਬੇਇੱਜ਼ਤੀ ਕਰਨ ਲਈ ਬੁਲਾਇਆ। ਤੀਸਰੀ ਗੱਲ, ਤੁਸੀਂ ਜਿਹੜੀ ਗੱਲ ਕੀਤੀ ਇਲੈਕਸ਼ਨ ਨਹੀਂ ਕਰਾਣੀ, ਇਹ ਤਾਂ ਇਦਾਂ ਦੀ ਗੱਲ ਹੈ ਜਿਵੇਂ ਕੋਈ ਕਵੇ ਜੀ ਕਿ ਕਿਸੇ ਦਰਵਾਜ਼ੇ ਦੇ ਬਾਹਰ ਲਿਖਿਆ ਸੀ ਡੂ ਨਾਟ ਐਂਟਰ ਵਿਦਆਊਟ ਨੌਕਿੰਗ, ਡੂ ਨਾਟ ਈਵਨ ਨੌਕ। ਹੁਣ ਸਵਾਲ ਇਹ ਹੈ ਕਿ ਬਹੁਤ ਵਧੀਆ ਸਵਾਲ ਤੁਸੀਂ ਕਰਤਾ ਹੈ ਕਿ ਮੈਨੂੰ ਬਹੁਤ ਚੰਗਾ ਲੱਗਾ ਹੈ ਕਿ ਇਲੈਕਸ਼ਨ ਨਹੀਂ ਕਰਾ ਰਹੇ। ਤੁਸੀਂ ਦੇਖੋ ਐਕਟ ਦੇ ਵਿੱਚ ਇਲੈਕਸ਼ਨ ਕਰਾਣੀ ਸੈਂਟਰਲ ਗਵਰਨਮੈਂਟ ਦੀ ਡਿਊਟੀ ਹੈ। ਹਮੇਸ਼ਾ ਹਰ ਸਾਲ ਐਸਜੀਪੀਸੀ ਰੈਜ਼ੋਲੂਸ਼ਨ ਪਾਸ ਕਰਦੀ ਹੈ ਕਿ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ, ਮਗਰ ਇਹ ਸੂਟ ਨਹੀਂ ਕਰਦਾ, ਸੈਂਟਰ ਨੂੰ ਸੂਟ ਨਹੀਂ ਕਰਦਾ। ਜਦੋਂ ਸੈਂਟਰ ਨੂੰ ਸੂਟ ਕਰੇਗਾ ਆਪਣੀ ਮਰਜ਼ੀ ਨਾਲ ਇਲੈਕਸ਼ਨ ਕਰਾਣਗੇ। ਇਹ ਜਿਹੜੀ ਜ਼ਿੰਮੇਵਾਰੀ, ਇਹ ਫਰਜ਼, ਮਗਰ ਇਸ ਚੀਜ਼ ਨੂੰ ਬੁਨਿਆਦ ਬਣਾ ਕੇ ਹੰਗਾਮਾ ਕੀਤਾ ਗਿਆ। ਹੁਣ ਵੀ ਪਿੱਛੇ ਰੋਲਾ ਪਾਇਆ ਗਿਆ ਕਿ ਐਸਜੀਪੀਸੀ ਕਾਬਜ਼ ਹੈ। 2021 ਤੋਂ ਪਹਿਲਾਂ 2020-21 ਤੋਂ ਪਹਿਲਾਂ ਜਦ ਤੱਕ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿਹੜੀ ਭਾਈਵਾਲਤਾ ਸੀ ਅਕਾਲੀ ਦਲ ਦੀ ਬੀਜੇਪੀ ਦੇ ਨਾਲ, ਉਸ ਵਕਤ ਤੱਕ ਇਹ ਇਸ਼ੂ ਨਹੀਂ ਸੀਗਾ। ਹਾਂਜੀ, ਰੈਜ਼ੋਲੂਸ਼ਨ ਪੈਂਦੇ ਰਹੇ ਹੋਣਗੇ, ਲੇਕਿਨ ਉਸ ਵਕਤ ਤੱਕ ਐਡਾ ਵੱਡਾ ਕੋਈ ਐਜੀਟੇਸ਼ਨ ਨਹੀਂ ਸੀ, ਕੋਈ ਪਰੇਸ਼ਾਨ ਨਹੀਂ ਸੀ ਵੀ ਐਸਜੀਪੀਸੀ ਦਾ ਜਿਹੜੀ ਚੁਣੀ ਨੁਮਾਇੰਦਾ ਜਮਾਤ ਹੋਣੀ ਚਾਹੀਦੀ ਹੈ। ਉਹਦਾ ਇਲੈਕਸ਼ਨ ਇੰਨੇ ਸਾਲ ਕਿਉਂ ਨਹੀਂ ਹੋ ਰਿਹਾ? ਕਿਉਂਕਿ ਆਪਣੇ ਹੱਥ ਵਿੱਚ ਸਭ ਕੁਝ ਸੀ। ਜੀ, ਮੈਂ ਉਹੀ ਬੇਨਤੀ ਕਰ ਰਿਹਾ, ਮੈਂ ਉਹੀ ਦੱਸ ਰਿਹਾ ਕਿ ਅਕਾਲੀ ਦਲ ਦਾ ਜਿਵੇਂ ਡੀਸੀ ਪਾਵਟੇ ਨੇ ਲਿਖਿਆ ਸੀ ਗਵਰਨਰ ਨੇ ਕਿ ਮਾਈ ਡੇਜ਼ ਐਜ਼ ਗਵਰਨਰ, ਉਹ ਕਹਿੰਦਾ ਸੀ ਕਿ ਅਕਾਲੀਆਂ ਦੀ ਮਜਬੂਰੀ ਰਹੀ ਹੈ ਕਿ ਜਦੋਂ ਇਹਨਾਂ ਦੇ ਕੋਲ ਪਾਵਰ ਆ ਜਾਂਦੀ ਹੈ ਇਹਨਾਂ ਨੂੰ ਪੋਲੀਟੀਕਲ ਲਕਵਾ ਮਾਰ ਜਾਂਦਾ, ਮਗਰ ਜਦੋਂ ਇਹ ਪਾਵਰ ਤੋਂ ਹਟ ਜਾਂਦੇ ਆ ਫਿਰ ਇਹ ਸਾਰੇ ਆਰਕਾਈਵ ਚੋਂ ਮਿੱਟੀ ਝਾੜ ਕੇ, ਜਾਲੇ ਝਾੜ ਕੇ ਫਿਰ ਉਹ ਪੁਰਾਣੇ ਮਤੇ ਲੈ ਆਉਂਦੇ ਆ। ਸੋ ਮੈਂ ਜੋ ਕਹਿ ਰਿਹਾ ਹੈਗਾ ਕਿ ਬਿਲਕੁਲ ਸਿਧਾਂਤ ਨਹੀਂ ਬਦਲਣਗੇ। ਅਗਰ ਦਿੱਕਤ ਵੀ ਇਹੀ ਹੈ, ਅਗਰ 12 ਸਾਲ ਰਹਿ ਕੇ ਅਗਰ ਇੱਕ ਵਾਰੀ ਵੀ ਉਸ ਮਤੇ ਦੇ ਉੱਤੇ ਗੱਲ ਨਹੀਂ ਕੀਤੀ ਗਈ, ਅਗਰ ਨਹੀਂ ਕੀਤਾ ਗਿਆ, ਤੇ ਇਹਦੇ ਵਿੱਚ ਸੰਗਤ ਦਾ ਜਾਂ ਸਿੱਖਾਂ ਦਾ ਉਹ ਹੱਕ ਨਹੀਂ ਮਰ ਜਾਂਦਾ ਜਿਸ ਦੇ ਕੋਲ ਪਾਵਰ ਆਫ ਅਟਾਰਨੀ, ਜਿਹਦੇ ਕੋਲ ਪਾਵਰ ਆ ਗਈ ਹੈ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ। ਦੂਜੀ ਮਜਬੂਰੀ ਇਹ ਹੁੰਦੀ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਜਬੂਰੀ ਹੈ। ਸਿੱਖ ਗੁਰਦੁਆਰੇ ਦੇ ਬਾਹਰ ਐਜੀਟੇਸ਼ਨ ਨਹੀਂ ਕਰ ਸਕਦੇ, ਪ੍ਰੋਟੈਸਟ ਨਹੀਂ ਕਰ ਸਕਦੇ, ਉਹਨਾਂ ਦੀ ਇਹ ਮਜਬੂਰੀ ਹੈ। ਮਗਰ ਹੁਣ ਜਦੋਂ ਕਿ ਇਹ ਸਾਰੀ ਗੱਲ ਸਾਹਮਣੇ ਆਈ ਹੈ ਔਰ ਇਹਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਦੇ ਲਈ 2 ਵਾਰੀ ਜਸਟਿਸ ਹਰਬੰਸ ਸਿੰਘ ਦਾ ਪੈਨਲ ਵੀ ਬਣਿਆ, ਜਸਟਿਸ ਟਿਵਾਣਾ ਪੈਨਲ ਬਣਿਆ ਜਿਨ੍ਹਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਕੀਤਾ। ਮੈਂ ਵੀ ਉਸ ਦਾ ਮੈਂਬਰ ਸੀਗਾ ਔਰ ਧਾਮੀ ਸਾਹਿਬ ਵੀ ਉਹਦੇ ਸ਼ਾਮਲ ਸੀਗੇ। ਤੇ ਉਹ ਐਕਟ ਦੇ ਪੈਨਲ ਦਾ ਫਿਰ ਬਣਿਆ ਕੀ? ਗੱਲ ਤਾਂ ਫਿਰ ਇਹੀ ਹੈ ਕਿ ਜੇਕਰ ਅਗਰ ਲੀਡਰਸ਼ਿਪ ਅਗਰ ਸਿੰਸੀਅਰ ਹੁੰਦੀ ਫਿਰ ਦੂਜਿਆਂ ਨੂੰ ਮੌਕਾ ਨਹੀਂ ਸੀ, ਉਹਨਾਂ ਨੂੰ ਜ਼ਰੂਰ ਉਹ ਉੱਥੇ ਜਾਂਦੇ ਸੀ। ਹਰ ਵਾਰੀ ਹੁੰਦਾ ਰਿਹਾ। ਇਹ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਕਿ ਲੀਡਰ ਜਾਂਦੇ ਆ, ਉੱਥੇ ਮੰਗ ਰੱਖਦੇ ਆ, ਆਪਣੀ ਮੰਗ ਛੱਡ ਦਿੰਦੇ ਆ, ਕੁਝ ਉਹਨਾਂ ਨੂੰ ਉਹਦੇ ਮਿਲ ਜਾਂਦੇ ਆ। ਇਹ ਸਿਲਸਿਲਾ ਹੁਣ ਤੱਕ ਚੱਲਦਾ ਆ ਰਿਹਾ, ਹੁਣ ਵੀ ਹੈਗਾ ਕਿ ਜਿਹੜੀਆਂ ਮੰਗਾਂ ਸਿੱਖਾਂ ਦੀਆਂ 75 ਸਾਲ ਵਿੱਚ ਹੈਗੀਆਂ, ਮੈਂ 75 ਮੰਗਾਂ ਦੀ ਲਿਸਟ ਮੇਰੇ ਕੋਲ ਹੈ, ਇੱਕ ਵੀ ਮੰਗ ਨਹੀਂ ਮੰਨੀ ਗਈ, ਇੱਕ ਵੀ ਮੰਗ ਨਹੀਂ ਪ੍ਰਵਾਨ ਕੀਤੀ ਗਈ, ਬਲਕਿ ਜੋ ਮੰਗਿਆ ਉਹ ਨਹੀਂ ਦਿੱਤਾ ਗਿਆ, ਜੋ ਨਹੀਂ ਮੰਗਿਆ ਦਿੱਤਾ ਗਿਆ। ਔਰ ਆਪਣੇ ਜਿਹੜੇ ਨਾਲ ਦੇ ਹੁੰਦੇ ਆ ਉਹਨਾਂ ਨੂੰ ਕਹਿ ਕੇ ਜੀ ਮਿਲ ਕੇ ਤੇ ਤਾੜੀਆਂ ਮਾਰੋ ਕਿ ਪ੍ਰਧਾਨ ਮੰਤਰੀ ਨੇ ਬੜਾ ਵਧੀਆ ਕਰ ਦਿੱਤਾ। ਇਹ ਜਿਹੜੀ ਟ੍ਰੈਜੇਡੀ ਕੌਮ ਦੀ ਹੈਗੀ ਹੈ ਕਿ ਜਿਹੜੇ ਨੁਮਾਇੰਦੇ ਜਾਂਦੇ ਆ, ਲੀਡਰ ਜਾਂਦੇ ਆ, ਉਹ ਵਜ਼ੀਰੀਆਂ ਲੈ ਲੈਂਦੇ ਆ, ਅਹੁਦੇ ਲੈ ਲੈਂਦੇ ਆ। ਉਹੀ ਕਾਰਨ ਸੀ ਕਿ ਬਲੂ ਸਟਾਰ ਵੀ ਹੋਇਆ,
ਉਹੀ ਸਿੱਖ ਲੀਡਰਸ਼ਿਪ ਉੱਥੇ ਵੀ ਸੀ, ਨਜ਼ਰ ਤਾਂ ਸਿੱਖ ਆਉਂਦੇ ਸੀ। ਮੈਂ ਇੱਕ ਬਾਹਰ ਨਾ ਜਾਵਾਂ, ਇੱਕ ਬੜਾ ਦਿਲਚਸਪ ਜਿਹਾ ਇੱਕ ਹੈਗਾ, ਮੇਰੇ ਇੱਕ ਦੋਸਤ ਸੀਗੇ ਪਟਨਾ ਸਾਹਿਬ ਸੀਗੇ, झा जी ब्राह्मण सीगे, ते मैं उन्होंने जदों गल हुई ते कहन लगे कि ज़ैल सिंह भी तो सिख है। मैं कहा जी रावण भी तो ब्राह्मण था। उन्हें बड़ी वधिया गल कही, कहंदा जी ब्राह्मण ही रावण हो सकता है। ਜਿਹੜੇ ਦਿਮਾਗੀ ਤੌਰ ਤੇ ਲਰਨਿੰਗ ਮੇਕਸ ਏ ਗੁੱਡ ਮੈਨ ਬੈਟਰ ਐਂਡ ਏ ਬੈਡ ਮੈਨ ਵਰਸਟ, ਸਰਕਾਰਾਂ ਨੂੰ ਵੀ ਐਸੇ ਬੰਦੇ ਚਾਹੀਦੇ ਆ ਜਿਹੜੇ ਬੋਲਣ ਵਾਲੇ ਹੋਣ, ਰੋਲਾ ਪਾਉਣ ਵਾਲੇ ਹੋਣ ਔਰ ਤਾੜੀਆਂ ਮਾਰਨ ਵਾਲੇ ਹੋਣ ਹਰ ਚੀਜ਼ ਦੇ ਉੱਤੇ। ਅਗਰ ਇਹ ਸਿੱਖ ਲੀਡਰਸ਼ਿਪ, ਜਿਨ੍ਹਾਂ ਨੂੰ ਸਿੱਖ ਲੀਡਰ ਕਹਿੰਦੇ ਆ, ਭਾਵੇਂ ਉਹ ਦਿੱਲੀ ਦੇ, ਪੰਜਾਬ ਦੇ, ਹਰਿਆਣੇ ਦੇ ਜਾਂ ਕਿਧਰੇ ਵੀ ਹੋਣ, ਅਗਰ ਇਹ ਸਿੱਖ ਹਿੱਤਾਂ ਦੇ ਨੁਮਾਇੰਦੇ ਹੁੰਦੇ, ਜਿਹੜੀ ਅਰਦਾਸ ਰੋਜ਼ ਕਰਦੇ ਆ, ਜਿਹੜਾ ਗੰਗਸਰ ਜੈਤੋ ਦੀ ਗੱਲ ਕਰਦੇ ਆ, ਜਿਹੜੇ ਹਰਿਆਣੇ ਦੇ ਗੁਰਦੁਆਰਿਆਂ ਦੀ ਕੁਰਬਾਨੀਆਂ ਦੀ ਗੱਲ ਕਰਦੇ ਆ, ਅਗਰ ਉਹਨਾਂ ਨੂੰ ਜ਼ਰਾ ਜਿੰਨੀ ਵੀ ਕੋਈ ਜਿਹਨੂੰ ਕਹਿ ਲਓ ਕਿ ਧਾਰਮਿਕ ਸ਼ਰਮ ਹੁੰਦੀ ਤਾਂ ਉਹ ਫਿਰ ਇੱਧਰ ਨਹੀਂ ਸੀ ਖੜੇ ਹੋ ਸਕਦੇ। ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ, ਇਹ ਜਿਹੜੀ ਚੁਣੌਤੀ ਹੈ ਸਿੱਖ ਕੌਮ ਨੂੰ ਸਿੱਧੀ ਚੁਣੌਤੀ ਹੈ, ਔਰ ਸਿੱਖ ਕੌਮ ਭਾਵੇਂ ਲੀਡਰ ਕੰਪਰੋਮਾਈਜ਼ ਕਰ ਲੈਣਗੇ, ਕੌਮ ਨਹੀਂ ਕੰਪਰੋਮਾਈਜ਼ ਕਰੇਗੀ। ਨਹੀਂ, ਕੌਮ ਨੂੰ ਲੀਡ ਕਿਹੜੇ ਲੀਡਰਾਂ ਨੇ ਕਰਨਾ ਹੈ ਜਿਹੜੇ ਕਿ ਖੁਦ ਹੀ ਉਸ ਪੂਰੇ ਦੇ ਪੂਰੇ ਜਿਹੜਾ ਇੱਕ ਸੈਲਫ ਸੈਂਟਰਡ ਇੱਕ ਸੈਲਫ ਸੈਂਟਰਲਾਈਜ਼ ਇੱਕ ਸਿਸਟਮ ਹੈ, ਜਿਹੜੇ ਪਾਰਟੀ ਦੇ ਪ੍ਰਧਾਨਗੀ ਨੂੰ ਲੈ ਕੇ ਐਡੇ ਵੱਡੇ ਸਵਾਲ ਖੜੇ ਹੋਏ ਨੇ, ਜਿਹੜੀ ਪਾਰਟੀ ਦੀ ਐਡੀ ਬੁਰੀ ਸ਼ਿਕਸਤ ਹੋਈ ਹੈ। ਚਲੋ ਇਹ ਗੱਲਾਂ ਬਾਤਾਂ ਥੋੜੀ ਸਾਈਡ ਤੇ ਰੱਖਦੇ, ਲੇਕਿਨ ਆ ਜਿਹੜਾ ਫੈਸਲਾ ਹੈ ਜਿਹਨੂੰ ਆਪਾਂ ਕੌਮ ਦੇ ਉੱਤੇ ਬੜਾ ਵੱਡਾ ਹਮਲਾ ਕਹਿ ਰਹੇ ਹਾਂ ਜਾਂ ਅਕਾਲੀ ਦਲ ਕਹਿ ਰਿਹਾ, ਤੁਸੀਂ ਕਹਿ ਰਹੇ ਹੋ, ਇਹ ਹਮਲਾ ਕਿਵੇਂ ਹੁੰਦਾ ਹੈ? ਇਸ ਨੂੰ ਜਿਹੜੀ ਸੁਪਰੀਮ ਕੋਰਟ, ਦੇਸ਼ ਦਾ ਸਰਵੋੱਚ ਅਦਾਲਤ ਹੈ, ਅਦਾਲਤ ਨੇ ਫੈਸਲਾ ਕੁਝ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ। ਅਦਾਲਤ ਦੇ ਸਾਹਮਣੇ ਜਿਹੜੀਆਂ ਸਬਮਿਸ਼ਨਸ ਦਿੱਤੀਆਂ ਗਈਆਂ, ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਨੇ ਕੁਝ ਗੱਲਾਂ ਬਾਤਾਂ ਕਹੀਆਂ। ਪੰਜਾਬ ਦੇ ਮੌਜੂਦਾ ਸਰਕਾਰ ਦੇ ਵੀ ਜਿਹੜਾ ਹਲਫਨਾਮਾ ਦੱਸਿਆ ਜਾਂਦਾ ਕਿ ਔਨ ਰਿਕਾਰਡ ਹੈ, ਐਡਵੋਕੇਟ ਜਨਰਲ ਨੇ ਦਿੱਤਾ ਹੈ। ਹਰਿਆਣੇ ਦੇ ਜਿਹੜੀ ਸਰਕਾਰਾਂ ਨੇ, ਇੱਕ ਪਾਸੇ ਦਾ ਜਥੇਦਾਰ ਦਾਦੂਵਾਲ ਹੈਗੇ ਨੇ ਜੋ ਕਿ ਆਪਣੇ ਸਾਰੀ ਧਿਰਾਂ ਦਾ, ਉਹ ਭਗਵੰਤ ਮਾਨ ਦਾ ਵੀ ਧੰਨਵਾਦ ਕਰ ਰਹੇ ਨੇ, ਉਹ ਕੈਪਟਨ ਅਮਰਿੰਦਰ ਦਾ ਵੀ ਧੰਨਵਾਦ ਕਰ ਰਹੇ ਨੇ, ਉਹ ਖੱਟਰ ਦਾ ਵੀ ਧੰਨਵਾਦ ਕਰ ਰਹੇ ਨੇ, ਉਹ ਭੁਪਿੰਦਰ ਸਿੰਘ ਹੁੱਡੇ ਦਾ ਵੀ ਧੰਨਵਾਦ ਕਰ ਰਹੇ ਨੇ। ਇੱਕ ਪਾਸੇ ਸਾਡੀ ਅਕਾਲੀ ਦਲ ਦੀ ਲੀਡਰਸ਼ਿਪ ਹੈ, ਇਹ ਸਭ ਨੂੰ ਲਾਂਤਾ ਦੇ ਰਹੇ ਹੈਗੇ ਨੇ ਵੀ ਤੁਸੀਂ ਸਾਰੇ ਖਰਾਬ ਤੇ ਖਰਾਬ ਹੋ। ਸੋ ਮਸਲਾ ਹੈ ਵੀ ਜੇ ਅਦਾਲਤ ਨੇ ਕੋਈ ਫੈਸਲਾ ਲਿਆ ਹੈ, ਉਸਨੇ ਤੋਲ-ਮੋਲ ਕੀਤਾ ਹੈ, ਉਹਦੇ ਸਾਹਮਣੇ ਕੁਝ ਫੈਕਟਸ ਰਹੇ ਨੇ, ਕੁਝ ਐਸੇ ਤੱਥ ਰਹੇ ਨੇ, ਕੁਝ ਅਜਿਹੀਆਂ ਸਰਕਾਰਾਂ ਦੀ ਜਿਹੜੀ ਸਬਮਿਸ਼ਨਸ ਹੈ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਦਿਆ ਗਿਆ। ਸੋ ਇਸ ਨੂੰ ਇੱਕ ਕੰਸਰਟਡ ਹਮਲਾ ਕਿਉਂ ਮੰਨਿਆ ਜਾਏ? ਇਹ ਤਾਂ ਅਕਾਲੀ ਦਲ ਦੀ ਭਾਸ਼ਾ ਹੋਗੀ ਨਾ ਵੀ ਜੇ ਆਪਾਂ ਹਰ ਚੀਜ਼ ਨੂੰ ਕੌਮ ਦੇ ਉੱਤੇ ਖਤਰਾ ਮੰਨਾਂਗੇ, ਠੀਕ ਹੈ, ਜੇ ਉਹ ਇਤਿਹਾਸਿਕ ਸੰਦਰਭ ਅਦਾਲਤ ਮਿਸ ਕਰ ਗਈ ਹੈ, ਲੇਕਿਨ ਉਹਦੇ ਪਿੱਛੇ ਹੋਰ ਵੀ ਬਹੁਤ ਸੀ ਜ਼ਮੀਨੀ ਹਕੀਕਤਾਂ ਹੈਗੀਆਂ ਨੇ ਜੋ ਕਿ ਜ਼ਿਆਦਾ ਪ੍ਰੈਸਿੰਗ ਚੈਲੰਜਸ ਹੈਗੇ ਨੇ। ਇੱਕ ਜਿਹੜੀ ਡੋਮੀਨੇਸ਼ਨ ਹੈਗੀ ਹੈ ਇੱਕ ਪਾਰਟੀ ਵਿਸ਼ੇਸ਼ ਦੀ, ਇਲੈਕਸ਼ਨਾਂ ਦਾ ਨਾ ਹੋਣਾ, ਡੀਸੈਂਟਰਲਾਈਜੇਸ਼ਨ ਜਿਹੜੀ ਐਸਜੀਪੀਸੀ ਦੇ ਵਿੱਚ ਹੈ, ਹੋਰ ਜਿਹੜੇ ਰਾਜਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਐਸਜੀਪੀਸੀ ਦੇ, ਉਹਨਾਂ ਨੂੰ ਉਹਨਾਂ ਨੂੰ ਅਣਗੌਲਿਆ ਕੀਤਾ ਜਾਣਾ, ਜਾਂ ਇਹ ਸਾਰੇ ਦੇ ਸਾਡੇ ਜਿਹੜੀ ਹੀਨਤਾ ਦੇ ਜਿਹੜੇ ਭਾਵ ਸੀ, ਇਹ ਸਾਰੇ ਇਕੱਠੇ ਹੋ ਕੇ ਸੈਂਟੀਮੈਂਟ ਬਣੇ ਜਿਸ ਦੇ ਬੇਸ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਹੈ, ਨਾ ਕਿ ਕਿਸੇ ਸਰਕਾਰ ਦਾ ਫੈਸਲਾ ਹੈ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜੋ ਕੁਝ ਤੁਸੀਂ ਦੋ ਗੱਲਾਂ ਇਹਦੇ ਚ ਕੀਤੀਆਂ ਹੈਗੀਆਂ ਕਿ ਇੱਕ ਤਾਂ ਡੀਸੈਂਟਰਲਾਈਜੇਸ਼ਨ ਦੀ ਗੱਲ ਤੁਸੀਂ ਕੀਤੀ ਹੈ, ਦੂਜੀ ਕੀਤੀ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਕਿਹੜੇ ਤੱਥ ਲਏ ਗਏ ਕਿ ਨਹੀਂ ਲਏ ਗਏ। ਇਹਦੇ ਲਈ ਤੁਹਾਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਵੱਲ ਜਾਣਾ ਪਏਗਾ। ਜਿਹੜਾ ਐਕਟ 1925 ਦਾ ਗੁਰਦੁਆਰਾ ਐਕਟ ਬਣਾਇਆ ਸੀ, ਔਰ ਉਹਨੂੰ ਕਿਹਾ ਗਿਆ ਸੀ ਕਿ ਦਿਸ ਇਜ਼ ਅ ਕਿੰਗਸ ਪ੍ਰੋਕਲੇਮੇਸ਼ਨ that the king will not interfere in Gurdwara affairs. These are to be the Gurdwaras to be managed by the Sikhs. ਇਹਦੇ ਵਿੱਚ ਸਰਕਾਰ ਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਜਿਹਦੇ ਵਿੱਚ ਸੀਗਾ ਕਿ ਸਰਕਾਰ ਸਿੱਖਾਂ ਨਾਲ ਗੱਲਬਾਤ ਕਰਕੇ ਹੀ ਕੋਈ ਤਬਦੀਲੀ ਲਿਆਏਗੀ। ਹੁਣ ਜਦੋਂ 1966 ਵਿੱਚ ਹੋਇਆ, ਉਹ ਬਿਲਕੁਲ ਧੋਖੇ ਨਾਲ, ਬੇਈਮਾਨੀ ਨਾਲ, ਧੱਕੇ ਨਾਲ ਉਹ ਜਿਹੜਾ ਐਕਟ ਲਿਆਂਦਾ ਗਿਆ, ਜਿਹਦੇ ਵਿੱਚ ਪੰਜਾਬ ਦੀਆਂ 46 ਕਾਮਨ ਕੜੀਆਂ ਰੱਖੀਆਂ ਗਈਆਂ। ਉਹਦੇ ਵਿੱਚ ਮੰਗ ਇਹ ਸੀਗੀ ਕਿ ਪੰਜਾਬ ਦੀ ਭਾਸ਼ਾ ਦੇ ਆਧਾਰ ਤੇ, ਪਰ ਜਿਹੜੀ ਸਭ ਤੋਂ ਵੱਡਾ ਉਹਦੇ ਵਿੱਚ ਧੱਕਾ ਇਹ ਕੀਤਾ ਗਿਆ, ਮੈਂ ਬਾਕੀ ਗੱਲਾਂ ਨੂੰ ਨਹੀਂ ਛੇੜਾਂਗਾ, ਕਿ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸੈਂਟਰਲ ਜਿਹੜਾ ਹੈਗਾ ਕਾਰਪੋਰੇਸ਼ਨ ਡਿਕਲੇਅਰ ਕਰਕੇ ਕੇਂਦਰ ਸਰਕਾਰ ਨੇ ਆਪਣੇ ਕੋਲ ਉਹਦਾ ਹੱਕ ਲੈ ਲਿਆ ਕਿ ਅਸੀਂ ਉਹਦੇ ਰੂਲ ਬਣਾਵਾਂਗੇ। ਉਹ ਜਿਹੜੀ ਧਾਰਾ ਹੁਣ ਸੁਪਰੀਮ ਕੋਰਟ ਦੇ ਵਿੱਚ ਜਦੋਂ ਗਿਆ ਮੁਕੱਦਮਾ ਗਿਆ, ਤੇ ਤੁਸੀਂ ਹੈਰਾਨ ਹੋਵੋਗੇ, ਸ਼੍ਰੋਮਣੀ ਕਮੇਟੀ ਵੱਲੋਂ, ਬਾਕੀ ਧਿਰਾਂ ਵੱਲੋਂ, ਕੇਂਦਰ ਸਰਕਾਰ ਵੱਲੋਂ, ਸਾਰਿਆਂ ਵੱਲੋਂ ਸਿਰਫ ਇਹ ਕਿਹਾ ਗਿਆ ਕਿ ਜੀ ਇਹ ਤਾਂ ਸੈਂਟਰਲ ਗਵਰਨਮੈਂਟ ਦੀ ਕਾਰਪੋਰੇਸ਼ਨ ਹੈ, ਸੈਂਟਰਲ ਐਕਟ ਦੇ ਵਿੱਚ ਸੈਂਟਰ ਨੂੰ ਪਾਵਰ ਹੈ, ਮਗਰ ਇਹਦੇ ਤੇ ਕੋਈ ਸਟ੍ਰੈਸ ਨਹੀਂ ਦਿੱਤਾ ਗਿਆ। ਹੁਣ ਇਹ ਤਾਂ ਇਹੀ ਹੋ ਗਿਆ ਕਿ ਸੈਂਟਰਲ ਗਵਰਨਮੈਂਟ, ਮੈਂ ਦੱਸ ਰਿਹਾ ਸਰ ਇੱਕ ਮਿੰਟ, ਸੈਂਟਰਲ ਗਵਰਨਮੈਂਟ ਦੇ ਐਕਟ ਨੂੰ, ਅਕਾਲੀ ਦਲ ਦੇ ਪ੍ਰਧਾਨ ਦੀ ਭਾਸ਼ਾ ਸੁਣੋ। ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੁਖਬੀਰ ਸਿੰਘ ਬਾਦਲ ਨੇ, ਉਹ ਬਾਰ-ਬਾਰ ਕਹਿ ਰਹੇ ਨੇ ਕਿ ਸੈਂਟਰ ਦਾ ਤਾਂ ਕੰਟਰੋਲ ਹੀ ਖਤਮ ਹੋ ਗਿਆ। ਉਹ ਬਾਰ-ਬਾਰ ਇਸ ਚੀਜ਼ ਨੂੰ ਪਲੀ ਲੈ ਰਹੇ ਨੇ ਕਿ ਜੀ ਸੈਂਟਰ ਦਾ ਕੰਟਰੋਲ ਸੀ, ਹੁਣ ਤਾਂ ਕੋਈ ਵੀ ਸਟੇਟ ਹਰਿਆਣਾ ਵਰਗੀ ਬਣਾ ਸਕੇਗੀ। ਉਹ ਤਾਂ ਇਨਫੈਕਟ ਇਸ ਚੀਜ਼ ਨੂੰ ਸਟਰੈਂਥ ਮੰਨਦੇ ਪਏ ਨੇ, ਉਹਨਾਂ ਨੂੰ ਹਜੇ ਤੱਕ ਇਹ ਚੀਜ਼ ਦੀ ਸਮਝ ਨਹੀਂ ਹੈ ਜਿਹੜੀ ਚੀਜ਼ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਮੈਂ ਕਲੀਅਰ ਕਰ ਦਿਆਂ ਸਰ, ਮੈਂ ਉਹੀ ਕਲੀਅਰ ਕਰ ਰਿਹਾ ਕਿ ਜਿਹੜੀ ਸੈਂਟਰਲ ਗਵਰਨਮੈਂਟ ਨੇ ਉਸ ਨੂੰ ਆਪਣੇ ਅਧੀਨ ਲੈ ਲਿਆ ਸੀ, ਉੱਥੇ ਬੈਠਾ ਡਿਪਟੀ ਸੈਕਟਰੀ ਜਿਹੜਾ ਹੈਗਾ ਕਿ ਦਿੱਲੀ ਦੇ ਵਿੱਚ ਬੈਠਾ, ਉਹ ਬਾਈ ਇੱਕ ਰੈਜ਼ੋਲੂਸ਼ਨ ਇੱਕ ਮਤੇ ਦੇ ਕਰਕੇ ਅਮੈਂਡਮੈਂਟ ਕਰ ਦਿੰਦਾ ਸੀ ਐਕਟ ਦੀ, ਜਿਹਦੇ ਕਰਕੇ ਸਹਿਜਧਾਰੀ ਦਾ ਮਸਲਾ ਉੱਠਿਆ, ਜਿਹਦੇ ਕਰਕੇ ਸਿੱਖ ਦੀ ਡੈਫੀਨੇਸ਼ਨ ਦਾ ਮਸਲਾ ਉੱਠਿਆ। ਉਹੀ ਚੀਜ਼ ਦੀ ਹੁਣ ਇਹਨਾਂ ਨੇ ਪਲੀ ਲਈ ਹੈ ਕਿ ਅਗਰ ਸੈਂਟਰਲ ਐਕਟ ਹੈ, ਕੀ ਸਟੇਟ ਗਵਰਨਮੈਂਟ ਉਹਨੂੰ ਚੈਲੰਜ ਕਰ ਸਕਦੀ ਹੈ? ਉਹ ਇੱਕ ਕਾਨੂੰਨੀ ਪਲੀ ਲਈ ਗਈ ਹੈ। ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਲੋੜ ਸੀਗੀ ਕਿ ਉਹਦੇ ਇਤਿਹਾਸਕ ਪੱਖ ਦੀ, ਜਿੱਥੇ ਤੁਹਾਨੂੰ ਸੂਟ ਕਰਦਾ ਹੈ, ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਕਾਨੂੰਨੀ ਪਲੀ ਲੈ ਲਓ, ਆਪਣਾ ਪੂਰਾ ਦਾ ਪੂਰਾ ਹੱਕ ਡਾਇਲੂਟ ਕਰ ਦਿਓ। ਯਾਨੀ ਕਿ ਤੁਹਾਡੀ ਲੜਾਈ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਲੈ ਕੇ ਹੋਣੀ ਚਾਹੀਦੀ ਸੀ। ਤੁਹਾਡੀ ਲੜਾਈ ਆ ਜਿਹੜੀ ਸਰਕਾਰ ਦੀ ਦਖਲਅੰਦਾਜ਼ੀ ਹੈ ਜਾਂ ਇੱਕ ਡਿਪਟੀ ਸੈਕਟਰੀ ਲੈਵਲ ਦਾ ਜਿਹੜਾ ਅਧਿਕਾਰੀ ਬਿਊਰੋਕਰੈਟ ਹੈ ਗੁਰਦੁਆਰਿਆਂ ਦੇ ਅਫੇਅਰਸ ਨੂੰ ਮੈਨੇਜ ਕਰ ਰਿਹਾ, ਉਹ ਐਸਜੀਪੀਸੀ ਦੀ ਪੂਰੀ ਫੰਕਸ਼ਨਿੰਗ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆ ਰਹੀ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਇੰਨੇ ਸਾਲ ਇਤਰਾਜ਼ ਸਿਰਫ ਇਸ ਵਾਸਤੇ ਨਹੀਂ ਸੀ ਕਿਉਂਕਿ ਅਕਾਲੀ ਦਲ ਦਾ ਪੂਰਾ ਕੰਟਰੋਲ ਸੀ ਐਸਜੀਪੀਸੀ ਉੱਤੇ ਤੇ ਹਰਿਆਣਾ ਦੇ ਗੁਰਦੁਆਰਿਆਂ ਦੇ ਉੱਤੇ ਵੀ, ਤੇ ਜੇ ਉਹ ਚੀ ਕੰਟਰੋਲ ਖੁੱਸਦਾ ਹੈ ਤਾਂ ਫਿਰ ਸਾਰੇ ਇਸ਼ੂਜ਼ ਰੇਕ ਅਪ ਕਰ ਲਏ ਜਾਂਦੇ ਨੇ, ਜਿਵੇਂ ਤੁਸੀਂ ਪਹਿਲਾਂ ਕਿਹਾ। ਨਹੀਂ ਸਰ, ਇਦਾਂ ਮੈਂ ਗੱਲ ਦੂਜੀ ਲੈ ਰਿਹਾ ਕਿ ਦੇਖੋ ਜਿਹੜਾ ਮੌਜੂਦਾ ਕਾਨੂੰਨ ਹੋਏਗਾ ਕੋਈ ਵੀ, ਅਗਰ ਅਸੀਂ ਉਹਦੀ ਲੜਾਈ ਲੜਨੀ ਹੈ, ਸਾਨੂੰ ਉਸ ਕਾਨੂੰਨ ਦੇ ਮੁਤਾਬਕ ਹੀ ਦਲੀਲਾਂ ਦੇਣੀਆਂ ਪੈਣਗੀਆਂ। ਅੱਜ ਮੰਨ ਲਓ ਇਨਕਮ ਟੈਕਸ ਹੈ, ਸੈਂਟਰਲ ਐਕਟ ਹੈਗਾ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਹੈ, ਸੀਬੀਆਈ ਹੈ ਜਾਂ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੈ। ਕੱਲ ਨੂੰ ਕੋਈ ਸਟੇਟ ਗਵਰਨਮੈਂਟ ਕਹੇ ਅਸੀਂ ਆਪਣੀ ਸੀਬੀਆਈ ਬਣਾਵਾਂਗੇ, ਅਸੀਂ ਆਪਣੀ ਜਿਹੜੀ ਹੈ ਬਣਾਵਾਂਗੇ ਡਾਇਰੈਕਟ ਟੈਕਸਸ ਦਾ, ਨਹੀਂ ਬਣਾ ਸਕਦੇ। ਉਹ ਸਿਰਫ ਇੱਕ ਟੈਕਨੀਕਲ ਪੱਖ ਸੀਗਾ ਕਿ ਜੇ ਕੇਂਦਰ ਸਰਕਾਰ ਨੇ ਉਹਨੂੰ ਮੰਨਿਆ ਔਰ ਕੇਂਦਰ ਸਰਕਾਰ ਨੇ ਇੱਕ ਗੱਲ ਲਿਖ ਦਿੱਤੀ ਹੈ ਕਿ ਇਹਦੇ ਮੁਤਾਬਕ ਅਗਰ ਇਹ ਚੀਜ਼ ਹੋ ਜਾਂਦੀ ਹੈ ਤੇ ਸਿੱਖ ਗੁਰਦੁਆਰਾ ਐਕਟ ਖਤਮ ਹੋ ਜਾਂਦਾ ਹੈ। ਇਹਦਾ ਮਤਲਬ ਹੈਗਾ ਕਿ ਸੈਂਟਰਲ ਗਵਰਨਮੈਂਟ ਜਦੋਂ ਦੇਖ ਰਿਹਾ ਕਿ ਉਹਦੇ ਅਧੀਨ ਜਿਹੜਾ ਉਹਨੇ ਪ੍ਰੋਟੈਕਸ਼ਨ ਚ ਲਿਆ ਉਸ ਐਕਟ ਦੀ ਉਹਦੀ ਬੁਨਿਆਦ ਦੇ ਉੱਤੇ ਹਮਲਾ ਹੋ ਰਿਹਾ, ਕਿਉਂ ਨਹੀਂ ਬਾਕੀ ਹਰ ਮਾਮਲੇ ਦੇ ਵਿੱਚ ਉਹ ਆਰਡੀਨੈਂਸ ਵੀ ਜਾਰੀ ਕਰ ਦਿੰਦੇ ਆ, ਸਭ ਕੁਝ ਕਰ ਦਿੰਦੇ ਆ, ਪ੍ਰੈਜ਼ੀਡੈਂਟ ਪ੍ਰੋਕਲੇਮੇਸ਼ਨ ਕਰ ਦਿੰਦੇ ਆ, ਪਰ ਇੱਥੇ ਬੀਜੇਪੀ ਨੂੰ ਸੂਟ ਕਰ ਰਿਹਾ। ਜਿਹੜੇ ਦਿੱਲੀ ਦੇ ਮੈਂਬਰ ਜਿਹੜੇ ਪਹਿਲਾਂ ਹਮਾਇਤ ਕਰ ਰਹੇ ਸੀ ਕਿ ਇਹਦੀ ਵਿਰੋਧਤਾ ਕਰ ਰਹੇ ਸੀ ਹਰਿਆਣੇ ਦੀ, ਅੱਜ ਉਹ ਖੜੇ ਹੋ ਕੇ ਭਾਸ਼ਣ ਦੇ ਰਹੇ ਆ ਕਿ ਕੇਂਦਰ ਨੇ ਬੜਾ ਵਧੀਆ ਕੀਤਾ। ਇਹਦਾ ਕੇਂਦਰ ਨੇ ਕੀਤਾ, ਜੇ ਬੀਜੇਪੀ ਨੇ ਕੀਤਾ, ਇਹਦਾ ਮਤਲਬ ਹੈਗਾ ਕਿ ਜਿਹੜੇ ਦੂਜੀਆਂ ਪਾਰਟੀਆਂ ਸਵਾਏ ਅਕਾਲੀ ਦਲ ਦਾ ਉਹ ਸਟੈਂਡ ਹੈ ਜਿਹੜਾ ਪਹਿਲਾਂ ਸੀਗਾ ਔਰ ਅੱਜ ਦਾ ਨਹੀਂ ਹੈ। ਪਰ ਇਹਦੇ ਵਿੱਚ ਇਸ ਚੀਜ਼ ਨੂੰ ਬਹੁਤ ਮਹੱਤਵਪੂਰਨ ਦੇਖਣ ਵਾਲੀ ਗੱਲ ਹੈ ਕਿ ਕਿਉਂ ਦਿੱਕਤ ਹੈ। ਦਿੱਕਤ ਇੱਕ ਵੱਡੀ ਇਹ ਹੈ ਕਿ ਜਦੋਂ ਵੀ ਜਿਹੜੇ ਗੁਰਦੁਆਰਾ ਐਕਟ ਬਣਿਆ ਸੀ, ਰਿਤੇਸ਼ ਜੀ ਇਹ ਬਹੁਤ ਅਹਿਮ, ਮੈਂ ਛੋਟਾ ਜਿਹਾ ਨੁਕਤਾ ਦੇ ਰਿਹਾ, ਉਸ ਤੋਂ ਪਹਿਲੇ ਗੁਰਦੁਆਰਿਆਂ ਦਾ ਕੀ ਹਾਲ ਸੀਗਾ। ਹਰ ਗੁਰਦੁਆਰਾ, ਹਜ਼ਾਰਾਂ ਗੁਰਦੁਆਰੇ ਸੀਗੇ, ਈਵਨ ਹਰਮੰਦਰ ਸਾਹਿਬ ਦੇ ਦੁਆਲੇ ਜਿਹੜੇ ਗੁਰਦੁਆਰੇ ਸੀਗੇ ਇਤਿਹਾਸਕ, ਹਰ ਇੱਕ ਦੀ ਵੱਖਰੀ ਵੱਖਰੀ ਮਰਿਆਦਾ ਸੀ। ਇਹ ਗੁਰਦੁਆਰਾ ਐਕਟ ਬਣਨ ਨਾਲ ਇੱਕ ਮਰਿਆਦਾ ਬਣੀ, ਰਹਿਤ ਮਰਿਆਦਾ ਬਣੀ। ਔਰ ਜਦੋਂ ਦਿੱਲੀ ਦੇ ਵਿੱਚ ਸਰਨਾ ਸਾਹਿਬ ਦੇ ਕੋਲ ਜਦੋਂ ਇਹਦਾ ਚਾਰਜ ਆਇਆ, ਉਹਨਾਂ ਨੇ ਉੱਥੋਂ ਸਟੇਜ ਨੂੰ ਵਰਤਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਹਮਲੇ ਕਰਨ ਲਈ, ਉਹਨਾਂ ਦੀ ਬਾਣੀ ਤੇ ਹਮਲੇ ਕਰਨ ਲਈ, ਜਿਹੜਾ ਸਾਡੀ ਅਕਾਲ ਤਖਤ ਦੇ ਫੈਸਲਿਆਂ ਤੇ ਹਮਲੇ ਕਰਨ ਲਈ। ਔਰ ਇਹ ਕਿਹਾ ਗਿਆ ਅੱਜ ਉਹੀ ਚੀਜ਼ ਹਰਿਆਣੇ ਤੋਂ ਕਰਾ ਕੇ ਉਹ ਸਿੱਖ ਮਰਿਆਦਾ ਦੇ ਉੱਤੇ ਹਮਲਾ ਹੋ ਰਿਹਾ ਹੈ, ਉਹਦੇ ਲਈ ਇਹ ਕੀਤਾ ਜਾ ਰਿਹਾ ਹੈ। ਗੱਲ ਕੇਵਲ ਗੁਰਦੁਆਰੇ ਦੇ ਪ੍ਰਬੰਧ ਦੀ, ਗੋਲਕ ਦੀ ਨਹੀਂ ਹੈ। ਹੁਣ ਅਕਾਲੀ ਦਲ ਇਸ ਨੂੰ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਕੀ ਦੇਰ ਆਏ ਦੁਰਸਤ ਆਏ। ਪਰ ਸਵਾਲ ਇਹ ਹੈ ਕਿ ਮੈਨੂੰ ਉਹ ਤਸਵੀਰ ਯਾਦ ਆ ਰਹੀ ਹੈ ਕਿ ਜਿਹੜੀ ਬਾਦਲ ਸਾਹਿਬ ਦੀ, ਵੱਡੇ ਬਾਦਲ ਸਾਹਿਬ ਦੀ ਸੀਗੀ, ਉਹ ਅਥਰੂ ਹੈਗੇ ਆ ਔਰ ਕਹਿ ਰਹੇ ਆ ਕਿ ਅਗਰ ਗੁਰਦੁਆਰਾ ਕਮੇਟੀ ਟੁੱਟੀ, ਸ਼੍ਰੋਮਣੀ ਕਮੇਟੀ ਟੁੱਟੀ, ਮੈਂ ਅਕਾਲ ਤਖਤ ਦੇ ਉੱਤੇ ਜਾ ਕੇ ਆਪਣੀ ਜਾਨ ਕੁਰਬਾਨ ਕਰ ਦਾਂਗਾ। ਹੁਣ ਗੱਲ ਸਿਰਫ ਉਹੀ ਹੈਗੀ ਹੈ ਕਿ ਅਕਾਲੀ ਦਲ ਫਿਰ ਜਿਵੇਂ ਪਹਿਲੇ ਹੁੰਦਾ ਰਿਹਾ, ਹਰ ਵਾਰੀ ਕਿਸੇ ਮਸਲੇ ਨੂੰ ਹੱਲ ਨਹੀਂ ਕਰਾ ਸਕੇ, ਕਦੀ ਵੀ ਨਹੀਂ ਕਰਵਾ ਸਕੇ, ਸਿਰਫ ਬਿਆਨਬਾਜ਼ੀ ਤੱਕ ਹੈ। ਮਗਰ ਸਿੱਖ ਕੌਮ ਨੂੰ ਉਹ ਅਗਰ ਉਹ ਸੇਮ ਸਹੀ ਗੱਲ ਦੇ ਉੱਤੇ ਕਰ ਰਹੇ ਹੈ, ਉਹ ਚੀਜ਼ ਨਹੀਂ ਹੋ ਸਕਦੀ। ਇਸ ਕਰਕੇ ਫਰਕ ਹੈ ਇਹ ਐਕਟ ਦੀ, ਗੋਲਕ ਦੀ। ਔਰ ਦੂਜੀ ਗੱਲ ਤੁਸੀਂ ਸਹੀ ਕਹੀ ਹੈ, ਡੀਸੈਂਟਰਲਾਈਜੇਸ਼ਨ ਦੀ। ਡੀਸੈਂਟਰਲਾਈਜੇਸ਼ਨ ਸਰ ਇੱਕ ਲਾਈਨ ਨਹੀਂ ਸੌਰੀ ਮੈਂ ਤੁਹਾਨੂੰ ਜ਼ਿਆਦਾ ਮੀਟਰ ਨਹੀਂ ਦਾਂਗਾ ਜੀ, ਇੱਥੇ ਮੇਰਾ ਰੈਲੇਵੈਂਟ ਕਰਾਈ ਆਪਾਂ ਥੋੜੇ। 1925 ਦਾ ਸਿੱਖ ਗੁਰਦੁਆਰਾ ਐਕਟ, ਆਲ ਇੰਡੀਆ ਗੁਰਦੁਆਰਾ ਐਕਟ ਇੱਕ ਮਜ਼ਬੂਤ ਐਕਟ ਹੋਵੇ, ਉਹਨੂੰ ਲੈ ਕੇ ਤੁਸੀਂ ਕਿਹਾ ਵੀ ਪੈਨਲ ਵੀ ਬਣੇ, ਉਹਨੂੰ ਵਿੱਚ ਹੀ ਛੱਡਤਾ ਗਿਆ। ਉਹ ਅੱਜ ਦੀ ਤਰੀਕ 'ਚ ਉਹਦੇ ਬਾਰੇ ਕੋਈ ਵੀ ਆਵਾਜ਼ ਨਹੀਂ ਚੁੱਕੀ ਜਾ ਰਹੀ। ਅੱਜ ਮੈਂ ਦੇਖ ਰਿਹਾ ਅਕਾਲੀ ਦਲ ਦੀ 2 ਦਿਨ ਮੈਂ ਹੋ ਗਿਆ, ਇਹਨਾਂ ਨੇ ਉਹਨਾਂ ਜ਼ੋਰ ਨਹੀਂ ਦਿੱਤਾ। ਬਾਕੀ ਸਾਰੀ ਗੱਲਾਂ ਕਰ ਰਹੇ ਨੇ, ਕੌਮ ਤੇ ਹਮਲਾ ਹੈ ਜੀ, ਪੰਥ ਤੇ ਹਮਲਾ ਹੈ, ਸਾਰੀ ਗੱਲਾਂ ਉਹਦਾ ਹੋਣੀ ਨੇ, ਲੇਕਿਨ ਇਹ ਇਸ਼ੂ ਨਹੀਂ ਰੇਕਅਪ ਕੀਤਾ ਜਾ ਰਿਹਾ ਵੀ ਜਿਹੜੇ ਪੈਂਡਿੰਗ ਇਸ਼ੂਜ਼ ਪਏ ਨੇ, ਜਿਹੜੇ ਕਿ ਇੰਨੇ ਸਾਲ ਜਾਂ ਇੰਨੇ ਦਹਾਕੇ ਤੁਸੀਂ ਠੰਡੇ ਬਸਤੇ ਦੇ ਵਿੱਚ ਸਿੱਟ ਦਿੰਦੇ ਹੋ, ਕੋਲਡ ਸਟੋਰੇਜ ਵਿੱਚ ਸਿੱਟ ਦਿੰਦੇ ਹੋ, ਕਿਉਂਕਿ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਲਈ, ਆਪਣੇ ਬੰਦਿਆਂ ਲਈ ਵਜ਼ਾਰਤਾਂ ਚਾਹੀਦੀਆਂ ਸੀ ਸੈਂਟਰ 'ਚ। 2022 2021 ਤੱਕ ਤਾਂ ਸਭ ਕੁਝ ਠੀਕ ਚੱਲਦਾ ਪਿਆ ਸੀਗਾ,
ਲੇਕਿਨ ਅਚਾਨਕ ਉਸ ਤੋਂ ਬਾਅਦ ਸਥਿਤੀ ਬਦਲਣੀ ਸ਼ੁਰੂ ਹੁੰਦੀ ਹੈ। ਹੁਣ ਇਹ ਹਾਂਜੀ। ਬੜਾ ਵੱਡਾ ਇੱਕ ਮੰਦਭਾਗੀ ਗੱਲ ਹੈ ਕਿ ਜਿਹੜੀਆਂ ਡਿਮਾਂਡਸ ਰਹੀਆਂ ਨੇ, ਇਹ ਤਾਂ ਦੇਖੋ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਡਿਮਾਂਡਸ ਅੱਜ ਹੁਣ ਦੁਬਾਰਾ ਉਹਨਾਂ ਨੂੰ ਜੀ। ਕੋਈ ਠੰਡੇ ਬਸਤੇ ਚੋਂ ਕੱਢ ਕੇ ਦੁਬਾਰਾ ਜੀ। ਸਰਗਰਮ ਕਰ ਰਿਹਾ, ਕਿਉਂਕਿ ਅੱਜ ਆਪਣੀ ਜਿਹੜੀ ਹੋਂਦ ਹੈ, ਸਿਆਸੀ ਹੋਂਦ ਹੈ, ਉਸ ਉੱਤੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ, ਉਹ ਖਤਰੇ 'ਚ ਆ ਗਈ। ਸੋ ਇਹ ਤਾਂ ਬਹੁਤ ਇੱਕ ਸੈਲਫਿਸ਼ ਦਾ ਮੋਟਿਵ ਹੈ। ਇਹਨੂੰ ਤੁਸੀਂ ਪੰਥ ਦਾ ਤੇ ਕੌਮ ਦਾ ਮੋਟਿਵ ਕਿਵੇਂ ਕਹਿ ਸਕਦੇ ਹੋ? ਠੀਕ ਹੈ, ਪੁਰਾਣੀਆਂ ਕੁਰਬਾਨੀਆਂ, ਇਤਿਹਾਸਿਕ ਸੰਦਰਭ ਆਪਣੀ ਥਾਂ ਹੈ, ਉਹਦੀ ਰੈਲੇਵੈਂਸ ਸਪੇਸ ਹੈ, ਲੇਕਿਨ ਉਹਦੀ ਗੱਲ ਤਾਂ ਤੁਸੀਂ ਤਾਂ ਕਰਦੇ ਚੰਗੇ ਲੱਗਦੇ ਹੋ ਜੇ ਇਹਨੇ ਦਹਾਕਿਆਂ ਦੇ ਵਿੱਚ ਤੇ ਇਹਨੇ ਸਾਲੋਂ ਸਾਲ ਤੁਸੀਂ ਤਕਰੀਬਨ 50-60 ਸਾਲ ਤੱਕ ਤੁਸੀਂ ਉਹਨਾਂ ਬਾਰੇ ਚੁੱਪ ਰਹੇ ਹੋ, ਉਹਨਾਂ ਬਾਰੇ ਕੋਈ ਤੁਹਾਡੀ ਮੁਹਿੰਮ ਨਹੀਂ, ਕੋਈ ਤੁਹਾਡੇ ਮੋਰਚੇ ਨਹੀਂ, ਕੋਈ ਤੁਹਾਡੀ ਕੰਟਰੀਬਿਊਸ਼ਨ ਨਹੀਂ, ਤੇ ਅੱਜ ਅਚਾਨਕ ਤੁਸੀਂ ਕਹਿ ਰਹੇ ਹੋ ਜੀ ਕਿ ਪੰਥ ਖਤਰੇ 'ਚ ਆ ਗਿਆ। ਜੀ ਬਿਲਕੁਲ, ਤੁਸੀਂ ਇਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਆਲ ਇੰਡੀਆ ਗੁਰਦੁਆਰਾ ਐਕਟ ਦੀ, ਆਲ ਇੰਡੀਆ ਗੁਰਦੁਆਰਾ ਐਕਟ ਕੀ ਸੀਗਾ? ਉਹ ਸੀਗਾ ਕਿ ਸੈਂਟਰਲਾਈਜ਼ ਦੀ, ਬਾਕੀ ਜਿਹੜਾ ਮੁਲਕ ਦਾ ਵਿਧਾਨ ਹੈ ਉਹ ਫੈਡਰਲਿਜ਼ਮ ਦੇ ਉੱਤੇ ਹੈ। ਫੈਡਰਲਿਜ਼ਮ ਯਾਨੀ ਉਹ ਵੱਖਰੇ ਵੱਖਰੇ ਉਹਨੂੰ ਡਾਇਵਰਸੀਫਾਈ ਕਰਨਾ, ਮਗਰ ਜਿੱਥੇ ਉਹਨਾਂ ਨੇ ਕੇਂਦਰ ਸਰਕਾਰ ਨੇ ਬਾਕੀ ਜਿਹੜੇ ਸੀਗੇ ਉਹਨੂੰ ਹਰ ਚੀਜ਼ ਨੂੰ ਸੈਂਟਰਲਾਈਜ਼ ਕੀਤਾ, ਔਰ ਜਿਹੜੀ ਚੀਜ਼ ਇੱਕ ਸੈਂਟਰਲ ਬਾਡੀ ਬਣਾਉਣ ਦਾ ਇਹਨਾਂ ਦਾ ਮਤਾ ਸੀ ਆਲ ਇੰਡੀਆ ਗੁਰਦੁਆਰਾ ਐਕਟ ਦਾ, ਤੁਸੀਂ 50 ਸਾਲ ਪਹਿਲੇ ਦੀ ਗੱਲ ਕੀਤੀ ਹੈ। ਮੈਂ ਉਸ ਦੀ ਲੈਂਗੁਏਜ ਦੀ ਬੇਈਮਾਨੀ ਦੀ ਗੱਲ ਕਰ ਰਿਹਾ, ਮੈਂ ਉਹਦੀ ਹੇਰਾਫੇਰੀ ਦੀ ਕਰ ਰਿਹਾ। ਜਿਹੜਾ ਲੋਂਗੋਵਾਲ ਅਕਾਰਡ ਦੇ ਵਿੱਚ ਹੈਗਾ ਉਹ ਇਹ ਹੈਗਾ ਕਿ ਕੇਂਦਰ ਸਰਕਾਰ ਵਿਚਾਰ ਕਰੇਗੀ, ਬਾਕੀ ਸਾਰੇ ਸੂਬਿਆਂ ਨਾਲ ਵਿਚਾਰ ਕਰਕੇ ਇਹਦੇ ਤੇ ਇੱਕ ਮਤਾ ਲਿਆਉਣ ਦੀ। ਹੁਣ ਬੜਾ ਸਿੰਪਲ ਜਿਹਾ, ਕੀ ਤੁਸੀਂ ਕਰ ਸਕਦੇ ਹੋ ਇੱਕ ਬੰਦੇ ਦੇ ਅਧਿਕਾਰ ਕਿਸੇ ਦੂਜੇ ਨੂੰ ਦੇ ਦਿਓ, ਕਹੋ ਜੀ ਤੁਸੀਂ ਆਪਸ ਮਿਲ ਕੇ ਫੈਸਲਾ ਕਰ ਲਓ? ਕੀ ਅੱਜ ਪੰਜਾਬ ਤੇ ਹਰਿਆਣਾ ਮਿਲ ਕੇ ਜਿਹੜੇ ਪੈਂਡਿੰਗ ਮਸਲੇ ਹੈ ਉਹ ਹੱਲ ਕਰ ਸਕਦੇ ਹੈ? ਕੀ ਕੇਂਦਰ ਤੇ ਪੰਜਾਬ ਬਹਿ ਕੇ ਆਪਣੇ ਮਸਲੇ ਹੱਲ ਕਰ ਸਕਦਾ? ਇਹ ਚੀਜ਼ ਕਹਿਣੀ ਹੀ, ਜਿਹੜੀ ਇੱਕ ਪਾਲਿਸੀ ਹੈਗੀ ਹੈ ਕਿ ਸੈਂਟਰਲਾਈਜ਼ ਕਰਨਾ ਹੈ ਗੁਰਦੁਆਰਾ ਐਕਟ ਨੂੰ, ਉਹ ਕਰਨਾ ਗਵਰਨਮੈਂਟ ਦਾ ਫਰਜ਼ ਸੀਗਾ। ਔਰ ਉਹਦੇ ਲਈ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਪੈਨਲ ਬਣਾਏ, ਔਰ ਉਹ ਜਿਹੜਾ ਪੈਨਲ ਬਣਾ ਕੇ ਜਿਹੜਾ ਪਹਿਲਾ ਪੈਨਲ ਦਾ ਜਿਹੜਾ ਦੂਜੇ ਪੈਨਲ ਦੀ ਜਿਹੜੀ ਡਰਾਫਟ ਦਿੱਤਾ ਗਿਆ, ਉਹ ਡਰਾਫਟ ਇਤਨਾ ਬੇਈਮਾਨੀ ਭਰਪੂਰ ਸੀਗਾ ਜਿਹਦੇ ਸਿੱਖਾਂ ਦੀ ਹੋਂਦ ਨੂੰ ਹੀ ਖਤਮ ਕਰ ਦਿੱਤਾ ਗਿਆ। ਉਹ ਸ਼੍ਰੋਮਣੀ ਕਮੇਟੀ ਨੂੰ ਰਿਜੈਕਟ ਕਰਨਾ ਪਿਆ, ਔਰ ਉਹਦੇ ਬਾਅਦ ਫਿਰ ਜਸਟਿਸ ਟਿਵਾਣਾ ਪੈਨਲ ਬਣਿਆ। ਸੋ ਇਹ ਗੱਲ ਇਹ ਹੈਗੀ ਹੈ ਕਿ ਕੇਂਦਰ ਜਦੋਂ ਵੀ ਕੋਈ ਚੀਜ਼ ਕਰਦਾ ਉਹ ਇੱਕ ਬੜੇ ਕੈਲਕੂਲੇਟਡ ਮੂਵ ਵਿੱਚ ਕਰਦਾ ਕਿ ਜਿਹੜੀ ਚੀਜ਼ ਇਹਨਾਂ ਦੇ ਹੱਕ ਵਿੱਚ ਨਹੀਂ ਹੈ ਉਹ ਇਹਨਾਂ ਦੇ ਕੋਲੋਂ ਹੀ ਬੰਦੇ ਬੁਲਾ ਕੇ ਉਹਨਾਂ ਕੋਲੋਂ ਤਾੜੀਆਂ ਮਰਵਾ ਕੇ ਉਹਦੀ ਹਮਾਇਤ ਕਰਵਾ ਦਿਓ। ਔਰ ਇਹ ਸ਼ੁਰੂ ਤੋਂ ਰਿਹਾ ਹੈਗਾ, ਇਹਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੈਗੀਆਂ, ਇਹਦੇ ਵਿੱਚ ਕੋਈ ਵੀ ਨਹੀਂ ਹੈਗੀ। ਇਹਦੇ ਵਿੱਚ ਅੱਜ ਤੁਸੀਂ ਕੈਪਟਨ ਅਮਰਿੰਦਰ, ਭਗਵੰਤ ਮਾਨ, ਜਥੇਦਾਰ ਦਾਦੂਵਾਲ, ਇਹੋ ਜਿਹੇ ਲੀਡਰਾਂ ਦਾ ਕੀ ਰੋਲ ਦੇਖਦੇ ਹੋ, ਕੀ ਭੂਮਿਕਾ ਵੇਖਦੇ ਹੋ ਅੱਜ ਇਹਨਾਂ ਨੂੰ? ਪੰਥ ਨਾਲ ਗੱਦਾਰੀ ਦਾ ਇੱਕ ਲਫ਼ਜ਼, ਇਹ ਅਕਾਲੀ ਦਲ ਵੀ ਭਾਸ਼ਾ ਬੋਲ ਰਿਹਾ, ਲੇਕਿਨ ਤੁਸੀਂ ਇਸ ਨੂੰ ਗੱਦਾਰੀ ਮੈਂ ਕਹਿ ਰਿਹਾ, ਮੈਂ ਅਕਾਲੀ ਦਲ ਨਾਲ, ਮੈਂ ਅਕਾਲੀ ਦਲ ਦਾ ਮੈਂਬਰ ਨਹੀਂ ਹਾਂ, ਮੈਂ ਅਕਾਲੀ ਦਲ ਦਾ ਕਦੀ ਵੀ ਨਹੀਂ ਰਿਹਾ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਰਿਹਾ, ਕਦੀ ਵੀ ਨਹੀਂ ਰਿਹਾ। ਪਰ ਇੱਕ ਗੱਲ ਮੈਂ ਦਿਲਚਸਪ ਹੋਏਗੀ ਤੁਹਾਡੇ ਲਈ, ਮੈਂ ਕਾਲਜ ਜਦੋਂ ਸ਼ੁਰੂ ਕੀਤਾ ਸੀ, ਸਕੂਲ ਵਿੱਚ ਸੀਗਾ ਤੇ ਉੱਥੇ ਪਟਨੇ ਦੇ ਮੈਦਾਨ ਦੇ ਵਿੱਚ ਇੱਕ ਰੈਲੀ ਸੀ, ਤੇ ਉਹ ਸਕੂਲ ਦੇ ਵਿੱਚ ਬੰਦੇ ਆਏ ਜੀ ਚਿੱਟੀਆਂ ਕਮੀਜ਼ਾਂ ਤੇ ਚਿੱਟੀਆਂ ਨਿਕਰਾਂ ਦੇ ਕੇ, ਜੀ ਤੁਸੀਂ ਇੱਥੇ ਇੱਕ ਰੈਲੀ ਕਰਨੀ ਹੈ। ਉਹ ਮੈਨੂੰ ਪਤਾ ਲੱਗਾ ਕਿ ਉਹ ਕਾਂਗਰਸ ਦੀ ਰੈਲੀ ਸੀ, ਯੂਥ ਰੈਲੀ ਸੀ, ਮੈਨੂੰ ਵੀ ਇਹਦੇ ਸ਼ਾਮਲ ਹੋਣਾ ਪਿਆ। ਮਗਰ ਉਸ ਤੋਂ ਬਾਅਦ ਜੋ ਸਮਝ ਆਣੀ ਸ਼ੁਰੂ ਹੋਈ, ਇਹ ਹੋਇਆ ਕਿ ਜੋ ਕੁਝ ਸਾਨੂੰ 47 ਵਿੱਚ ਮਿਲਿਆ ਸੀ, ਹੌਲੇ ਹੌਲੇ ਨਹਿਰੂ, ਪਟੇਲ ਔਰ ਉਹ ਨੰਦਾ, ਗੁਲਜ਼ਾਰੀ ਲਾਲ ਨੰਦਾ, ਇੱਕ ਕੈਲਕੂਲੇਟਡ ਵੇ ਜੇ ਪੰਥ ਦੀਆਂ ਤਾਕਤਾਂ ਨੂੰ ਕਰਦੇ ਰਹੇ, ਇਰੋਡ ਕਰਦੇ ਰਹੇ, ਔਰ ਅਕਾਲੀ ਉਹਦੇ ਸ਼ਾਮਲ ਹੁੰਦੇ ਰਹੇ, ਉਹ ਭਾਵੇਂ ਕੋਈ ਵੀ ਸਨ। ਜੇ ਅਗਰ ਪੈਪਸੂ ਨੂੰ ਖਤਮ ਕੀਤਾ, ਜੇ ਹੋਰ ਜਿਹੜੀਆਂ ਚੀਜ਼ਾਂ ਕੀਤੀਆਂ, ਭਾਵੇਂ ਉਹ ਭਾਈ ਜੋਤ ਸਿੰਘ ਨੂੰ ਲੈ ਕੇ ਆਏ, ਕਿਸੇ ਨੂੰ ਵੀ ਲੈ ਕੇ ਆਏ, ਉਹਦਾ ਮਕਸਦ ਸਿਰਫ ਇੱਕੋ ਸੀ, ਸਿੱਖਾਂ ਦੀ ਤਾਕਤ ਨੂੰ ਕਿੱਦਾਂ, ਪਰ ਇੱਕ ਚਿਹਰੇ ਦਿਖਾਉਣ ਨੂੰ ਉਹਨਾਂ ਕੋਲ ਹਮੇਸ਼ਾ ਚਿਹਰੇ ਰਹੇ ਹੈ। ਇਹ ਦੇਖੋ ਜੀ, ਇਹ ਤੁਹਾਡੇ ਸਿੱਖਾਂ ਦੇ ਨੁਮਾਇੰਦੇ ਹੈਗੇ, ਪਰ ਉਹ ਸਿੱਖਾਂ ਦੇ ਨੁਮਾਇੰਦੇ ਬਿਲਕੁਲ ਨਹੀਂ ਸੀਗੇ, ਸਿੱਖੀ ਦੀ ਨੁਮਾਇੰਦਗੀ ਨਹੀਂ ਸੀ ਕਰ ਰਹੇ। ਹਾਂ, ਸਰਕਾਰ ਦੇ ਚੁਣੇ ਬੰਦੇ ਸੀ। ਅੱਜ ਵੀ ਜਾ ਕੇ ਉਹੀ ਹੋ ਰਿਹਾ ਹੈਗਾ। ਔਰ ਜਿਹੜਾ ਗੁਰਦੁਆਰਾ ਐਕਟ ਨੂੰ ਖਤਮ ਕਰਨ ਦੀ ਜਿਹੜੀ ਕੇਂਦਰ ਸਰਕਾਰ ਨੇ ਖੁਦ ਲਿਖ ਕੇ ਦਿੱਤਾ ਸੁਪਰੀਮ ਕੋਰਟ ਵਿੱਚ ਕਿ ਇਹ ਗੁਰਦੁਆਰਾ ਐਕਟ ਨੂੰ ਖਤਮ ਕਰਨ ਦੀ ਤੁੱਲ ਹੈ। ਜੇ ਗੁਰਦੁਆਰਾ ਐਕਟ ਨੂੰ ਖਤਮ ਕਰਨ ਦੇ ਤੁੱਲ ਹੈ, ਕਿਉਂ ਨਹੀਂ ਕੇਂਦਰ ਸਰਕਾਰ ਇਹਦੇ ਤੇ ਐਕਸ਼ਨ ਲੈਂਦੀ? ਔਰ ਜੇ ਗੁਰਦੁਆਰਾ ਐਕਟ ਨੂੰ ਖਤਮ ਕਰਨ ਦੀ ਹੈ, ਫਿਰ ਅਰਦਾਸ ਬੰਦ ਕਰ ਦੇਣੇ, ਜਾਂ ਦਾਦੂਵਾਲ ਹੈ, ਜਾਂ ਦਿੱਲੀ ਕਮੇਟੀ ਹੈ, ਜਾਂ ਜਿਹੜੇ ਸਿਰਸਾ ਹੈ, ਜਾਂ ਜਿਹੜੇ ਵੀ ਹੋਰ ਬੋਲ ਰਹੇ ਹੈ, ਇਹ ਫਿਰ ਅਰਦਾਸ ਬੰਦ ਕਰ ਦੇਣਗੇ ਗੁਰਦੁਆਰਾ ਸਵਾਰ ਦੀ ਖਾਤਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਫਿਰ ਉਹਦੇ ਬਾਅਦ ਜੈ ਜੈਕਾਰ ਕਰਨ, ਭਾਵੇਂ ਜਿਹੜੀ ਮਰਜ਼ੀ ਸਰਕਾਰ ਦਾ ਕਰਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਇਹ ਜਿਹੜਾ ਐਕਟ ਹੈਗਾ, ਇਹ ਜੋ ਕੀਤਾ ਜਾ ਰਿਹਾ, ਇਹ ਹਰਿਆਣਾ ਐਕਟ ਬਣਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਖਤਮ ਹੋ ਜਾਏਗਾ।
ਅਗਰ ਇਹ ਗੱਲ ਹੈਗੀ ਹੈ, ਫਰਜ਼ ਜਿਹੜਾ ਹੈਗਾ, ਅਵਲੀਨ ਫਰਜ਼ ਜਿਹੜਾ ਉਹ ਕਿਸੇ ਵੀ ਕੌਮ ਦੀ ਜਿਹੜੇ ਉਹਦੇ ਸਬਜੈਕਟ ਹੈਗੇ ਆ, ਜੇ ਕੇਂਦਰ ਸਰਕਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੀ, ਫਿਰ ਇਹਦਾ ਮਤਲਬ ਹੈ ਦੇਸ਼ ਦੀ ਬਦਕਿਸਮਤੀ ਹੈ, ਫਿਰ ਉਹ ਰਿਵਰਸ ਹੈ। ਜਿਹੜੇ ਮਹਾਤਮਾ ਗਾਂਧੀ ਨੇ ਕਿਹਾ ਸੀ ਦੇਸ਼ ਦੀ ਵੱਡੀ ਆਜ਼ਾਦੀ ਦੀ ਲੜਾਈ ਜੰਗ ਜਿੱਤੀ ਗਈ ਹੈ, ਉਹ ਦੇਸ਼ ਦੀ ਆਜ਼ਾਦੀ ਦੀ ਜਿਹਨੂੰ ਜੰਗ ਕਿਹਾ ਸੀ, ਸ਼੍ਰੋਮਣੀ ਕਮੇਟੀ ਬਣਨਾ, ਜਿਹਦੇ ਲਈ ਪੰਡਤ ਨਹਿਰੂ ਜੇਲ੍ਹ ਜਾਂਦੇ ਆ, ਜਿਹਦੇ ਲਈ CF ਐਂਡਰਿਊਜ਼ ਆਉਂਦੇ ਆ ਔਰ ਕਹਿੰਦੇ ਕਿ ਇੱਕ ਮੈਂ ਦੇਖ ਰਿਹਾ ਕਿ ਰੋਜ਼ ਇੱਕ ਈਸਾ ਮਸੀਹ ਸੂਲੀ ਤੇ ਚੜ ਰਿਹਾ ਹੈਗਾ, ਉਸ ਨੂੰ ਖਤਮ ਕਰ ਦੇਣਾ ਔਰ ਇਤਨੀ ਬੇਸ਼ਰਮੀ ਔਰ ਬੇਹਯਾਈ ਦੇ ਨਾਲ ਖਤਮ ਕਰ ਦੇਣਾ, ਮੈਂ ਲਫ਼ਜ਼ ਸੋਚ ਕੇ ਬੋਲ ਰਿਹਾ ਹੈਗਾ, ਇਹ ਬਹੁਤ ਵੱਡਾ ਪੰਥ ਘਾਤਕ ਕੰਮ ਹੈ, ਐਂਟੀ ਸਿੱਖ ਐਕਟ ਹੈ ਔਰ ਇਹ ਗੱਦਾਰੀ ਹੈ ਜਿਹੜੇ ਇਹਦੇ ਨਾਲ ਸ਼ਾਮਲ ਹੋ ਰਹੇ। ਚਲਿਏ ਲਾਂਬਾ ਸਾਹਿਬ, ਤੁਸੀਂ ਆਪਣੀ ਗੱਲਬਾਤ ਨੂੰ ਪੂਰਾ ਕੀਤਾ, ਹਾਲਾਂਕਿ ਇਸ ਦੀਆਂ ਬਹੁਤ ਸੀ ਡਾਇਮੈਂਸ਼ਨਸ ਆ ਜਿਹੜੀਆਂ ਆਪਾਂ ਹੋਰ ਵੀ ਚਰਚਾ ਦੇ ਵਿੱਚ ਲਿਆ ਸਕਦੇ ਹਾਂ, ਲੇਕਿਨ ਅੱਜ ਮੈਨੂੰ ਲੱਗਦਾ ਕਿ ਸਮਾਂ ਕਾਫੀ ਹੋਇਆ ਤੇ ਤੁਸੀਂ ਆਪਣੀ ਗੱਲਾਂ ਬਾਤਾਂ ਨੂੰ ਯੂ ਹੈਵ ਐਕਸਟ੍ਰੀਮਲੀ ਐਲੈਬੋਰੇਟਡ ਔਨ ਦੈਮ। ਮੈਂ ਇੱਕ ਚੀਜ਼ ਰਿਤੇਸ਼ ਜੀ, ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਾਂਗਾ, ਜਦੋਂ ਗੁਰਦੁਆਰਾ ਐਕਟ ਬਣਿਆ ਸੀ, ਜਦੋਂ ਗੁਰਦੁਆਰਾ ਐਕਟ ਬਣ ਰਿਹਾ ਸੀ, ਜਿਹੜੇ ਜਥੇ ਜਾਂਦੇ ਸੀ, ਮੈਂ ਇਹ ਜਿਹੜੇ ਹੁਣ ਆ ਕੇ ਉਹਦੀ ਹਮਾਇਤ 'ਚ ਖੜੇ ਹੋਏ ਆ, ਉਹ ਇੱਕ ਦੋ ਲਾਈਨਾਂ ਉਹਨਾਂ ਦੀਆਂ ਸੁਣ ਲੈਣ, ਜਿਹੜੇ ਘਰੋਂ ਨਿਕਲੇ ਸੀ ਉਹਨਾਂ ਦੀਆਂ ਕੁਰਬਾਨੀਆਂ ਦੀ ਗੱਲ ਸੁਣ ਲੈਣ। ਉਹ ਕਹਿੰਦੇ ਸੀ, ਸੁਣੋ ਖਾਲਸਾ ਜੀ, ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਬੁਲਾ ਚੱਲੇ, ਪਾਓ ਬੀ ਤੇ ਸਾਂਭ ਕੇ ਫਸਲ ਵੱਢੋ, ਅਸੀਂ ਡੋਲ ਕੇ ਰਤ ਪਿਆ ਚੱਲੇ, ਚੋਬਦਾਰ ਦੇ ਵਾਂਗ ਆਵਾਜ਼ ਦੇ ਕੇ ਧੌਂਸੇ ਕੂਚ ਦੇ ਅਸੀਂ ਵਜਾ ਚੱਲੇ, ਤੁਸੀਂ ਆਪਣੀ ਅਕਲ ਦਾ ਕੰਮ ਕਰਨਾ, ਅਸੀਂ ਆਪਣੀ ਤੋੜ ਨਿਭਾ ਚੱਲੇ, ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ, ਹੰਝੂ ਖੂਨ ਦੇ ਅਸੀਂ ਵਹਾ ਚੱਲੇ, ਪੰਥ ਗੁਰੂ ਦਾ ਆਪ ਦਸ਼ਮੇਸ਼ ਰਾਖਾ, ਕੰਡੇ ਹੂੰਜ ਕੇ ਕਰ ਸਫਾ ਚੱਲੇ, ਅੰਗ ਸਾਕ ਕਬੀਲੜਾ ਬਾਲ ਬੱਚਾ, ਬਾਹ ਤੁਸਾਂ ਦੇ ਹੱਥ ਫੜਾ ਚੱਲੇ, ਨਦੀ ਨਾਵ ਸੰਜੋਗ ਦੇ ਹੋਣ ਮੇਲੇ, ਅਸੀਂ ਸਤਿ ਸ੍ਰੀ ਅਕਾਲ ਗਜਾ ਚੱਲੇ। ਚਲਿਏ ਇਹਨਾਂ ਹੀ ਸਤਰਾਂ ਦੇ ਨਾਲ ਮੈਂ ਗੱਲਬਾਤ ਨੂੰ ਵਿਰਾਮ ਦਾਂਗਾ ਤੇ ਬਹੁਤ ਬਹੁਤ ਧੰਨਵਾਦ ਲਾਂਬਾ ਜੀ, ਬਹੁਤ ਧੰਨਵਾਦ। ਹਿਸਟੋਰੀਕਲ ਪਰਸਪੈਕਟਿਵ ਸ਼ੇਅਰ ਕੀਤਾ ਜੋ ਕਿ ਬੜਾ ਜ਼ਰੂਰੀ ਸੀ। ਹਾਲਾਂਕਿ ਇਹੀ ਗੱਲਾਂ ਅਕਾਲੀ ਦਲ ਵੀ ਕਹਿ ਰਿਹਾ ਤੇ ਮੇਰਾ ਮਤਲਬ ਇਹ ਨਹੀਂ ਸੀਗਾ ਵੀ ਤੁਸੀਂ ਅਕਾਲੀ ਦਲ ਦੀ ਭਾਸ਼ਾ ਬੋਲ ਰਹੇ ਹੋ, ਲੇਕਿਨ ਗੱਲਾਂ ਬਾਤਾਂ ਸੇਮ ਨੇ, ਉਹਦਾ ਇਤਿਹਾਸਿਕ ਸੰਦਰਭ ਤੇ ਜਿਹੜਾ ਫਿਲੋਸੋਫੀਕਲ ਐਸਪੈਕਟ ਬੜਾ ਮਜ਼ਬੂਤ ਹੈ, ਲੇਕਿਨ ਉਹ ਆਪਣੇ ਸਿਆਸੀ ਮੁਫਾਦਾਂ ਦੇ ਚੱਲਦੇ ਬੋਲ ਰਹੇ ਨੇ ਤੇ ਤੁਹਾਡਾ ਇੱਕ ਵੱਖਰਾ ਡਾਇਮੈਂਸ਼ਨ ਹੈਗੀ ਹੈ ਜਿਸ ਨੂੰ ਕਿ ਮੈਂ ਐਪਰੀਸ਼ੀਏਟ ਕਰਦਾ। ਬਹੁਤ ਬਹੁਤ ਧੰਨਵਾਦ ਇਸ ਚਰਚਾ ਵਿੱਚ ਹਿੱਸਾ ਲੈਣ ਲਈ। ਥੈਂਕ ਯੂ ਸੋ ਮਚ। ਹੁਣ ਅਕਾਲੀ ਦਲ ਨੂੰ ਮੈਨੂੰ ਫਾਲੋ ਕਰਨਾ ਪਏਗਾ, ਅਕਾਲੀ ਮੈਨੂੰ ਫਾਲੋ ਕਰਨਗੇ। ਦੇ ਬੈਟਰ। ਧੰਨਵਾਦ, ਬਹੁਤ ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ ਸਰ।